ਬਾਇਨਰੀ ਇੰਸਟ੍ਰਕਟਰ ਦੇਖ ਰਹੇ ਸਾਰੇ ਵਿਦਿਆਰਥੀਆਂ ਦਾ ਸਵਾਗਤ ਹੈ। ਲਗਾਤਾਰ ਆਪਾਂ ਕੰਪਿਊਟਰ ਦੇ ਪੁਰਾਣੇ ਪੇਪਰਾਂ ਦੇ ਕੁਐਸਚਨ ਹੈ ਜਿਹੜੇ ਉਹ ਡਿਸਕਸ ਕਰ ਰਹੇ ਹਾਂ ਤੇ ਬਹੁਤ ਸਾਰੀਆਂ ਚੀਜ਼ਾਂ ਨਵੀਆਂ ਜਿਹੜੀਆਂ ਹੈ ਤੁਹਾਨੂੰ ਸਿੱਖਣ ਨੂੰ ਮਿਲੀਆਂ ਹੋਣਗੀਆਂ ਉਮੀਦ ਕਰਦੇ ਹਾਂ। ਸੋ ਇਸ ਵੀਡੀਓ ਦੇ ਵਿੱਚ ਆਪਾਂ ਪੰਜਾਬ ਪੁਲਿਸ ਕਾਂਸਟੇਬਲ ਦੇ 2021 ਦੇ ਵਿੱਚ ਪੇਪਰ ਹੋਏ ਸੀ, ਜਿਹੜੀਆਂ ਦੀਆਂ 4 ਸ਼ਿਫਟਾਂ ਹੋਈਆਂ ਸੀ। 25 ਨੂੰ 2 ਪੇਪਰ ਹੋਏ ਸੀ ਤੇ 26 ਨੂੰ 2 ਪੇਪਰ ਹੋਏ ਸੀ। ਉਹਨਾਂ ਨੂੰ ਆਪਾਂ ਲੜੀਵਾਰ ਆਪਾਂ ਡਿਸਕਸ ਕਰਾਂਗੇ। ਬੇਸ਼ੱਕ ਕੰਪਿਊਟਰ ਦੇ ਸਵਾਲ ਜਿਹੜੇ ਹੈਗੇ ਨੇ ਇਹਦੇ ਵਿੱਚ 5 ਹੀ ਪੁੱਛੇ ਜਾਂਦੇ ਨੇ, ਪਰ ਇਹ ਬੇਸਿਕ ਲੈਵਲ ਦੇ ਨਹੀਂ। ਜਿਵੇਂ PSSB ਦੇ ਵਿੱਚ ਬਹੁਤ ਬੇਸਿਕ ਪੁੱਛਦਾ, ਇਹਦੇ ਵਿੱਚ ਬੇਸਿਕ ਤੋਂ ਮੀਡੀਅਮ ਆਪਾਂ ਕਹਿ ਸਕਦੇ ਹਾਂ ਵੀ ਬਹੁਤੇ ਹਾਈ ਲੈਵਲ ਤਾਂ ਨਹੀਂ ਹੈ। ਜਿਵੇਂ ਆਪਾਂ ਕਾਂਸਟੇਬਲ ਦੇ ਵਿੱਚ ਤਾਂ ਕਹਿ ਸਕਦੇ ਹਾਂ ਮੀਡੀਅਮ ਹੈ, ਤੇ SI ਦੇ ਵਿੱਚ ਆਪਾਂ ਕਹਿ ਸਕਦੇ ਹਾਂ ਵੀ ਉਹਦੇ 'ਚ ਲੈਵਲ ਥੋੜਾ ਜਿਹਾ ਅਪ ਆਉਂਦਾ ਹੈ ਨਾ। ਸੋ ਇਹਦੇ ਵਿੱਚ ਵੀ PSSB ਦੇ ਨਾਲੋਂ ਲੈਵਲ ਹੈਗਾ ਜਿਹੜਾ ਅਪ ਹੈ ਇਹ ਸਵਾਲਾਂ ਦਾ। ਬਾਕੀ ਜਿਵੇਂ ਜਿਵੇਂ ਆਪਾਂ ਪੁਰਾਣੇ ਸਵਾਲ ਕਰਾਂਗੇ ਉਹਨਾਂ ਦੇ ਬੇਸਿਸ ਤੇ ਵੀ ਸਾਨੂੰ ਆਈਡੀਆ ਹੋ ਜਾਊਗਾ ਵੀ ਕਿਵੇਂ ਦੇ ਸਵਾਲ ਪੁੱਛੇ ਜਾਂਦੇ ਨੇ। ਤੇ ਵੀਡੀਓ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਣਾ, ਜੇਕਰ ਤੁਸੀਂ ਚੈਨਲ ਦੇ ਨਾਲ ਪਹਿਲੀ ਵਾਰੀ ਜੁੜੇ ਹੋ ਤਾਂ ਸਬਸਕ੍ਰਾਈਬ ਕਰ ਲਓ। ਆਉਣ ਵਾਲੀਆਂ ਵੀਡੀਓ ਦੇ ਲਈ ਤੁਹਾਨੂੰ ਨੋਟੀਫਿਕੇਸ਼ਨ ਮਿਲਦਾ ਰਹੂਗਾ। ਬੈਲ ਆਈਕਨ ਵੀ ਦੱਬ ਲਿਓ ਹਨਾ। ਤੇ ਜੇਕਰ ਤੁਸੀਂ ਕੰਪਿਊਟਰ ਦੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਆਪਣੇ ਪਲੇਟਫਾਰਮ ਦੇ ਉੱਪਰ, ਆਪਣੇ YouTube ਚੈਨਲ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਵੀ ਪਲੇਲਿਸਟ ਤੁਹਾਨੂੰ ਮਿਲ ਜੂਗੀ, ਜਿਹਦੇ ਵਿੱਚ ਆਪਾਂ ਲਿਖਿਆ ਹੋਇਆ ਵੀ ਗ੍ਰੈਂਡ ਸੀਰੀਜ਼ ਫॉर ਆਲ ਕੰਪੀਟੀਟਿਵ ਐਗਜ਼ਾਮ, ਜਿਹਦੇ ਵਿੱਚ ਪੁਰਾਣੇ ਕੁਐਸਚਨ ਹੀ ਆਪਾਂ ਚੈਪਟਰ ਵਾਈਜ਼ ਤੇ ਫਰਦਰ ਲੈਵਲ ਵਾਈਜ਼ ਡਿਸਕਸ ਕੀਤੇ ਹੋਏ ਨੇ। ਲੈਵਲ 1 ਤੇ ਲੈਵਲ 2 ਤੁਹਾਡੇ ਲਈ ਸਫੀਸ਼ੀਐਂਟ ਹੈ। ਲੈਵਲ 3 ਦੇਖਣ ਦੀ ਜ਼ਰੂਰਤ ਨਹੀਂ ਹੈ। ਲੈਵਲ 1 ਤੇ ਲੈਵਲ 2 ਸਾਰੀਆਂ ਵੀਡੀਓ ਤੁਹਾਨੂੰ ਫ੍ਰੀ ਆਫ ਕਾਸਟ ਮਿਲ ਜਾਣਗੀਆਂ, ਕੁਝ ਵੀ ਕਰਨ ਦੀ ਲੋੜ ਨਹੀਂ। ਉਹ ਪਲੇਲਿਸਟ ਦਾ ਲਿੰਕ ਹੈ ਜਿਹੜਾ ਉਹ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗੇ, ਉੱਥੋਂ ਜਾ ਕੇ ਵੀ ਤੁਸੀਂ ਉਹ ਪੂਰੀ ਪਲੇਲਿਸਟ ਦੇਖ ਸਕਦੇ ਹੋ। ਸੋ ਪ੍ਰੋਫਾਈਲ ਹੈ ਮੇਰਾ, ਸਾਰੇ ਜਾਣਦੇ ਹੋ। ਹੁਣ ਆਪਾਂ ਸਟਾਰਟ ਕਰਦੇ ਹਾਂ। ਪਹਿਲਾ ਸਵਾਲ ਹੈਗਾ, ਜਿਵੇਂ ਕਹਿੰਦਾ ਵਿਚ ਆਫ ਦੀ ਫੋਲੋਇੰਗ ਇਜ਼ ਨਾਟ ਐਨ ਆਊਟਪੁੱਟ ਡਿਵਾਈਸ। ਦੇਖੋ ਜਿਵੇਂ ਵਾਰੀ-ਵਾਰੀ ਹਰ ਪੇਪਰ ਦੇ ਵਿੱਚ ਹਰ ਬੱਚਿਆਂ ਨੂੰ, ਸਾਰੇ ਬੱਚਿਆਂ ਨੂੰ ਦੱਸੀਦਾ, ਤਾਂ ਜਿੱਥੋਂ ਨੋਟ ਮਿਲ ਗਿਆ ਉੱਥੇ ਗੋਲਾ ਮਾਰ ਲਿਓ ਹਨਾ। ਉਹਨੇ ਪੁੱਛਿਆ ਵੀ ਹੇਠ ਲਿਖਿਆਂ ਚੋਂ ਕਿਹੜਾ ਆਊਟਪੁੱਟ ਡਿਵਾਈਸ ਨਹੀਂ ਹੈ। ਜੇ ਇੱਥੇ ਨੋਟ ਨਾ ਹੁੰਦਾ ਫਿਰ ਇਹਦਾ ਆਨਸਰ ਹੀ ਬਦਲ ਜਾਣਾ ਸੀ। ਤਾਂ ਇਹ ਸਿੱਲੀ ਮਿਸਟੇਕਸ ਨੇ ਬਹੁਤ ਸਾਰੇ ਬੱਚੇ ਜਿਹੜੇ ਆਮ ਤੌਰ ਤੇ ਕਰਦੇ ਨੇ। ਅਸੀਂ ਵੀ ਕਰਕੇ ਆਏ ਹਾਂ ਹਨ ਜਦੋਂ ਅਸੀਂ ਪੇਪਰ ਦਿੰਦੇ ਸੀ। ਸਾਡੇ ਹਰ ਬੱਚੇ ਦੇ ਲੈਵਲ ਤੇ ਹੀ ਇਹ ਆਪਾਂ ਕਹਿ ਸਕਦੇ ਹਾਂ ਵੀ ਜਿਹੜੀਆਂ ਸਿੱਲੀ ਮਿਸਟੇਕ ਨੇ, ਹਰ ਬੱਚੇ ਨੂੰ ਹੀ ਇਹਨਾਂ ਦਾ ਸਾਹਮਣਾ ਕਰਨਾ ਪੈਂਦਾ। ਪਰ ਇਹ ਹੈਗਾ ਵੀ ਅਸੀਂ ਇਹਨਾਂ ਤੋਂ ਘਬਰਾਉਣਾ ਨਹੀਂ ਹੈਗਾ ਹਨਾ। ਤੇ ਜੇ ਇਹਨਾਂ ਨੂੰ ਫੇਸ ਕਰਾਂਗੇ ਤਾਂ ਹੀ ਇਹਨਾਂ ਨੂੰ ਆਪਾਂ ਚੰਗੇ ਤਰੀਕੇ ਨਾਲ ਸੋਲਵ ਕਰ ਸਕਦੇ ਹਾਂ। ਇੱਥੇ ਸੰਭਾਵਨਾ ਹੈ, ਮੈਂ ਤੁਹਾਨੂੰ ਸੰਭਾਵਨਾ ਦੱਸ ਦਿੰਦਾ ਵੀ ਨੋਟ ਨੂੰ ਅਸੀਂ ਨੋਟ ਨਹੀਂ ਵੀ ਦੇਖਾਂਗੇ ਕਈ ਵਾਰੀ ਤਾਂ ਉਸ ਹਿਸਾਬ ਨਾਲ ਆਨਸਰ ਬਦਲ ਜੂਗਾ। ਕਹਿੰਦਾ ਹੇਠ ਲਿਖਿਆਂ ਦੇ ਵਿੱਚੋਂ ਕਿਹੜਾ ਆਊਟਪੁੱਟ ਡਿਵਾਈਸ ਨਹੀਂ ਹੈ। ਕੰਪਿਊਟਰ ਦੇ ਵਿੱਚ ਦੋ ਤਰ੍ਹਾਂ ਦੇ ਡਿਵਾਈਸ ਹੁੰਦੇ ਨੇ, ਇਨਪੁੱਟ ਡਿਵਾਈਸ ਤੇ ਆਊਟਪੁੱਟ ਡਿਵਾਈਸ। ਉਹ ਵੀ ਆਪਾਂ ਅੱਗੇ ਜਾ ਕੇ ਦੇਖਾਂਗੇ। ਕੀਬੋਰਡ ਹੈਗਾ ਜਿਹੜਾ ਇਨਪੁੱਟ ਡਿਵਾਈਸ ਹੈ, ਇੱਥੇ ਹੀ ਸਵਾਲ ਖਤਮ ਹੁੰਦਾ ਹੈ। ਤਾਂ ਆਨਸਰ ਇਹ ਹੈ। ਪ੍ਰੋਜੈਕਟਰ ਹੋ ਗਿਆ, ਪਲੋਟਰ ਹੋ ਗਿਆ, ਮੋਨੀਟਰ ਹੋ ਗਿਆ, ਇਹ ਆਊਟਪੁੱਟ ਡਿਵਾਈਸ ਨੇ। ਆਹ ਤੁਹਾਨੂੰ ਪਤਾ ਆਊਟਪੁੱਟ ਹੈ, ਆਹ ਵੀ ਆਊਟਪੁੱਟ ਹੈ ਹਨਾ। ਤੇ ਹੋ ਸਕਦਾ ਪਲੋਟਰ ਤੁਹਾਨੂੰ ਨਾ ਪਤਾ ਹੋਵੇ, ਆਪਾਂ ਅੱਗੇ ਡਿਸਕਸ ਕਰਦੇ ਹਾਂ। ਸੋ ਆਨਸਰ ਇਹਦਾ ਇਹ ਹੈ। ਇਨਪੁੱਟ ਡਿਵਾਈਸ ਪਹਿਲਾਂ ਆਪਾਂ ਦੇਖ ਲੈਂਦੇ ਹਾਂ, ਲਿਸਟ ਆਫ ਇਨਪੁੱਟ ਡਿਵਾਈਸ। ਠੀਕ ਹੈ, ਸੋ ਇੱਕ ਵਾਰੀ ਨੈਟ ਬੰਦ ਕਰ ਦਈਏ ਕਿਉਂਕਿ ਨੋਟੀਫਿਕੇਸ਼ਨ ਆਉਣ ਲੱਗ ਜਾਂਦੀਆਂ ਟੈਲੀਗ੍ਰਾਮ ਤੋਂ। ਹਾਂਜੀ, ਇਨਪੁੱਟ ਡਿਵਾਈਸਿਸ। ਬਾਰਕੋਡ ਰੀਡਰ ਇਨਪੁੱਟ ਡਿਵਾਈਸ ਹੈ। ਟਰੈਕ ਬਾਲ ਇਨਪੁੱਟ ਡਿਵਾਈਸ ਹੈ। OMR ਆਪਟੀਕਲ ਮਾਰਕ ਰੀਡਰ ਜਿਹਨੂੰ ਕਿਹਾ ਜਾਂਦਾ ਇਨਪੁੱਟ ਡਿਵਾਈਸ ਹੈ। OCR ਹੁੰਦਾ ਆਪਟੀਕਲ ਕਰੈਕਟਰ ਰਿਕੋਗਨਾਈਜ਼ਰ ਜਾਂ ਰੀਡਰ। MIC ਹੁੰਦਾ ਮੈਗਨੈਟਿਕ ਇੰਕ ਕਰੈਕਟਰ ਰੀਡਰ ਜਾਂ ਰਿਕੋਗਨਾਈਜ਼ਰ। ਮਾਊਸ, ਜੋਇਸਟਿਕ, ਮਾਈਕਰੋਫੋਨ, ਕੀਬੋਰਡ, ਸਕੈਨਰ, ਬਾਇਓਮੈਟ੍ਰਿਕ, ਡਿਜੀਟਾਈਜ਼ਰ, ਲਾਈਟ ਪੈਨ, CRT ਕੈਮਰਾ, ਡਿਜੀਟਲ ਕੈਮਰਾ ਤੇ ਵੈਬ ਕੈਮਰਾ। ਇਹ ਸਾਰੇ ਕੀ ਨੇ? ਇਨਪੁੱਟ ਡਿਵਾਈਸ ਨੇ। ਇਹ ਆਪਾਂ ਚੰਗੀ ਤਰ੍ਹਾਂ ਡਿਟੇਲ ਦੇ ਵਿੱਚ ਵੀ ਕਰਾਏ ਨੇ। ਜੇ ਤੁਸੀਂ ਗ੍ਰੈਂਡ ਸੀਰੀਜ਼ ਦੇ ਵਿੱਚ ਜਾਓਗੇ ਤਾਂ ਉੱਥੇ ਤੁਹਾਨੂੰ ਫੋਟੋਆਂ ਦੇ ਨਾਲ ਦੇਖਣ ਨੂੰ ਮਿਲਣਗੇ। ਆਊਟਪੁੱਟ ਡਿਵਾਈਸ ਪਲੋਟਰ ਹੋ ਗਿਆ, ਬ੍ਰੇਲ ਰੀਡਰ, ਪ੍ਰਿੰਟਰ, TV, ਪ੍ਰੋਜੈਕਟਰ, ਹੈਡਫੋਨ, CRT ਮੋਨੀਟਰ, ਰੇਡੀਓ। ਕੌਮ ਹੁੰਦਾ ਕੰਪਿਊਟਰ ਆਊਟਪੁੱਟ ਮਾਈਕਰੋਫਿਲਮ। LCD ਹੁੰਦਾ ਲਿਕੁਇਡ ਕ੍ਰਿਸਟਲ ਡਿਸਪਲੇ। ਇਹਨਾਂ ਦੀ ਐਬਰੀਵੇਸ਼ਨ ਪੁੱਛ ਸਕਦਾ ਹੈ। CRT ਦੀ ਵੀ ਪੁੱਛੀ ਹੈ ਉਹਨੇ ਇੱਕ ਦੋ ਵਾਰੀ। ਇਹ ਹੁੰਦਾ ਕੈਥੋਡ ਰੇ ਟਿਊਬ। ਬਾਕੀ ਸਾਰੇ ਤੁਹਾਨੂੰ ਆ ਗਏ ਹੋਣਗੇ। ਆਹ ਵਾਲੇ ਦੋ ਨਹੀਂ ਸਮਝ ਆਏ ਹੋਣੇ, ਇੱਕ ਕੌਮ ਨਹੀਂ ਸਮਝ ਆਇਆ ਹੋਣਾ। ਇਹਨਾਂ ਨੂੰ ਆਪਾਂ ਅੱਗੇ ਡਿਸਕਸ ਕਰਦੇ ਹਾਂ। ਇਹ ਹੁੰਦਾ ਪਲੋਟਰ। ਪਲੋਟਰ ਆਪਾਂ ਕਹਿ ਸਕਦੇ ਹਾਂ ਵੀ ਪ੍ਰਿੰਟਰ ਦਾ ਹੀ ਆਪਾਂ ਕਹਿ ਸਕਦੇ ਹਾਂ ਹਾਇਰ ਵਰਜਨ ਆ, ਵੱਡਾ ਪ੍ਰਿੰਟਰ ਕਹਿ ਲਓ ਚਲੋ ਹਨਾ। ਵੀ ਜਿਹਦੇ ਵਿੱਚ ਆਪਾਂ ਫਲੈਕਸਾਂ ਵਗੈਰਾ ਪ੍ਰਿੰਟ ਕਰਦੇ ਹਾਂ, ਵੱਡੇ ਮੈਪ ਵਗੈਰਾ ਪ੍ਰਿੰਟ ਕਰਦੇ ਹਾਂ, ਉਹ ਹੁੰਦਾ ਪਲੋਟਰ। ਤਾਂ ਇਹ ਆਊਟਪੁੱਟ ਡਿਵਾਈਸ ਹੈ। ਬ੍ਰੇਲ ਰੀਡਰ ਹੁੰਦਾ ਜਿਹੜੇ ਬਲਾਈਂਡ ਪਰਸਨਸ ਹੁੰਦੇ ਨੇ, ਦੇਖ ਨਹੀਂ ਸਕਦੇ, ਉਹ ਸਪਰਸ਼ ਕਰਕੇ ਇੱਥੇ ਇਸ ਚੀਜ਼ ਦੇ ਨਾਲ ਸਾਰੇ ਬਟਨਾਂ ਦੇ ਨਾਲ ਟੱਚ ਕਰਕੇ ਸੈਂਸ ਕਰਕੇ ਇੱਥੇ ਉਹਨਾਂ ਨੂੰ ਕੀ ਮਿਲਦੀ ਹੈ, ਆਪਾਂ ਕਹਿ ਸਕਦੇ ਹਾਂ ਆਊਟਪੁੱਟ ਮਿਲਦੀ ਹੈ ਹਨਾ। ਆਊਟਪੁੱਟ ਹੀ ਕਰ ਰਹੇ ਨਾ, ਭੁੱਲ ਤਾਂ ਨਹੀਂ ਗਿਆ, ਹਾਂ ਆਊਟਪੁੱਟ। ਠੀਕ ਹੈ,
ਕੌਮ ਹੁੰਦਾ ਕੰਪਿਊਟਰ ਆਊਟਪੁੱਟ ਮਾਈਕਰੋਫਿਲਮ, ਜਿਵੇਂ ਦੀ ਆਪਣੇ ਪਹਿਲਾਂ ਕੈਮਰੇ ਦੇ ਵਿੱਚ ਰੀਲ ਪੈਂਦੀ ਸੀ, ਉਵੇਂ ਦੀ ਹੀ ਕੰਪਿਊਟਰ ਵਾਸਤੇ ਇਹ ਫਿਲਮ ਬਣੀ ਹੁੰਦੀ ਸੀ, ਜਿਹਦੇ ਵਿੱਚ ਮੈਮਰੀ ਹੁੰਦੀ ਸੀ। ਨੈਗੇਟਿਵ ਆਪਾਂ ਦੇਖਦੇ ਹਾਂ ਫੋਟੋਆਂ ਦੇ, ਜਸਟ ਉਹੀ ਕੰਮ ਸੀ ਇਹਦੇ ਵਿੱਚ ਵੀ, ਹਨਾ। ਸੋ ਹੁਣ ਕੁਝ ਡਿਵਾਈਸ ਐਵੇਂ ਦੇ ਹੁੰਦੇ ਨੇ ਜਿਹੜੇ ਬੋਥ ਇਨਪੁਟ ਤੇ ਆਊਟਪੁੱਟ ਐਕਟ ਕਰਦੇ ਨੇ। ਉਹਦੇ ਵਿੱਚੋਂ ਜਿਵੇਂ ਮੋਡਮ ਦੀ ਐਬਰੀਵੇਸ਼ਨ ਪੁੱਛ ਸਕਦਾ, ਮੋਡੂਲੇਸ਼ਨ, ਡੀਮੋਡੂਲੇਸ਼ਨ, ਹੈਂਡਸੈਟ, NIC ਕਾਰਡ ਹੁੰਦਾ, ਨੈਟਵਰਕ ਇੰਟਰਫੇਸ ਕਾਰਡ, ਇਹਨੂੰ ਲੈਨ ਕਾਰਡ ਵੀ ਕਿਹਾ ਜਾਂਦਾ, ਲੋਕਲ ਏਰੀਆ ਨੈਟਵਰਕ ਕਾਰਡ, ਹਨਾ, ਜਾਂ ਹਾਰਡਵੇਅਰ ਕਾਰਡ ਵੀ ਕਿਹਾ ਜਾਂਦਾ, ਇਲੈਕਟ੍ਰੋਨਿਕ ਵਾਈਟ ਬੋਰਡ। ਇਹ ਸਾਰੇ ਕੀ ਨੇ? ਬੋਥ ਇਨਪੁਟ ਤੇ ਆਊਟਪੁੱਟ ਨੇ। ਟੈਬਲੇਟ ਹੋ ਗਿਆ, BDT ਹੁੰਦਾ ਵਿਜ਼ੂਅਲ ਡਿਸਪਲੇ ਟਰਮੀਨਲ, ਜਿਹੜੀਆਂ ਬਾਹਰ ਸਕਰੀਨਾਂ ਜਿਹੀਆਂ ਲੱਗੀਆਂ ਹੁੰਦੀਆਂ ਹਸਪੀਟਲਸ, ਮਾਲਸ ਦੇ ਵਿੱਚ, ਉਹ BDT ਹੁੰਦੇ ਨੇ। ਕਾਇਓਸਕ ਹੁੰਦੇ ਨੇ, ਜਿਵੇਂ ATM ਮਸ਼ੀਨ ਹੋ ਗਈ, ਜਾਂ ਕਿਤੇ ਇੰਟਰਨੈਟ ਸਰਵਿਸ ਯੂਜ਼ ਕਰਨ ਦੇ ਲਈ ਕੋਈ ਮਸ਼ੀਨ ਲੱਗੀ ਹੋਵੇ, ਉਹ ਕਾਇਓਸਕ ਹੁੰਦੇ ਨੇ, ਹਨਾ। ਇਹ ਮੋਡਮ ਹੋ ਗਿਆ, ਲੈਨ ਕਾਰਡ, ਇਹ ਕਾਇਓਸਕ ਹੋ ਗਿਆ, ਠੀਕ ਹੈ। ਇੰਟਰਨੈਟ ਯੂਜ਼ ਕਰਨ ਵਾਲੇ ਡਿਵਾਈਸ, ATM ਵੀ ਇਹਦੇ ਵਿੱਚ ਆਉਂਦਾ, ਇਹ ਕਾਇਓਸਕ ਹੈ। ਇਨਪੁਟ ਐਜ਼ ਵੈਲ ਐਜ਼ ਆਊਟਪੁੱਟ ਦਾ ਕੰਮ ਕਰਦੇ ਨੇ। ਦੇਖੋ ਅਗਲਾ ਸਵਾਲ ਹੈ, ਇਨ MS Excel 2019 ਆਪਣੇ ਕੋਲੇ ਐਕਸਲ, ਵਰਡ, ਪਾਵਰਪੁਆਇੰਟ ਦੇ ਲਈ ਸਪੈਸ਼ਲ, ਮੈਂ ਤੁਹਾਨੂੰ ਦੱਸਣੀ ਭੁੱਲ ਗਿਆ ਸੀਗਾ, ਪਲੇਲਿਸਟ ਹੈ ਜਿਹਦਾ ਨਾਮ ਹੈ ਆਫਿਸ ਪ੍ਰੋਡਕਟਿਵਿਟੀ ਟੂਲ, ਤੇ ਸ਼ਾਰਟਕਟ ਵੀ ਕਰਾਏ ਹੋਏ ਨੇ ਆਪਾਂ। ਐਕਸਲ, ਵਰਡ, ਪਾਵਰਪੁਆਇੰਟ ਦੇ ਸ਼ਾਰਟਕਟ ਤੇ ਸਪੈਸ਼ਲ ਵੀਡੀਓਜ਼ ਨੇ, ਤਾਂ ਉੱਥੇ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ, ਠੀਕ ਹੈ। ਉਹਦੇ ਵਿੱਚ ਵਧੀਆ SI ਲੈਵਲ ਦੇ ਤੇ PSSB ਦੋਨੋਂ ਲੈਵਲ ਦੇ ਮਿਕਸ ਸਵਾਲ ਤੁਹਾਨੂੰ ਉੱਥੇ ਮਿਲ ਜਾਣਗੇ। ਤਾਂ ਜੇ ਤੁਸੀਂ ਉਹ ਕਰ ਲਓਗੇ ਤਾਂ ਹੋ ਸਕਦਾ ਹੈ ਕਿ ਤੁਹਾਡਾ ਕੋਈ ਵੀ ਸਵਾਲ ਬਾਹਰ ਨਾ ਜਾਵੇ, ਹਨਾ, ਐਕਸਲ, ਵਰਡ, ਪਾਵਰਪੁਆਇੰਟ ਦੇ ਲਈ। ਇਨ MS Excel 2019 ਵਿੱਚ ਉਹਦੀ ਫੋਲੋਇੰਗ ਕੀਸਟ੍ਰੋਕ ਯੂਜ਼ ਟੂ ਸਿਲੈਕਟ ਦੀ ਸੈੱਲ ਅਬਵ ਇਨ ਦੀ ਸੇਮ ਕਾਲਮ। ਕਹਿੰਦਾ MS Excel ਦੇ ਵਿੱਚ ਕਿਹੜੀ, ਕਹਿੰਦਾ ਕੀਸਟ੍ਰੋਕ ਵਰਤੀ ਜਾਂਦੀ ਹੈ? ਕਹਿੰਦਾ ਉੱਪਰਲਾ ਸੈੱਲ ਸਿਲੈਕਟ ਕਰਨ ਲਈ ਵਰਤੀ ਜਾਂਦੀ ਹੈ, ਹਨਾ। ਤਾਂ ਉਹਦੇ ਵਿੱਚੋਂ ਆਪਸ਼ਨ ਆਪਾਂ ਨੂੰ ਦਿੱਤੀਆਂ ਹੋਈਆਂ ਨੇ, ਐਂਟਰ, ਟੈਬ, ਸ਼ਿਫਟ ਪਲੱਸ ਐਂਟਰ ਤੇ ਸ਼ਿਫਟ ਪਲੱਸ ਟੈਬ। ਆਪਾਂ ਸਾਰੀਆਂ ਕਰਕੇ ਦੇਖ ਲੈਂਦੇ ਹਾਂ। ਪਹਿਲਾਂ ਮੈਂ ਤੁਹਾਨੂੰ ਦੱਸ ਦੇਣਾ ਵੀ ਇਹਦਾ ਜਿਹੜਾ ਆਨਸਰ ਹੈ ਉਹ C ਹੈ। ਸ਼ਿਫਟ ਪਲੱਸ ਐਂਟਰ ਹੁੰਦਾ ਜਿਹੜਾ ਅਬਵ ਦੇ ਲਈ ਯੂਜ਼ ਕੀਤਾ ਜਾਂਦਾ, ਹਨਾ। ਤੇ ਜੇ ਹੁਣ ਆਪਾਂ ਦੇਖੀਏ ਐਂਟਰ ਕਾਹਦੇ ਲਈ ਹੁੰਦਾ? ਇੱਕ ਸੈੱਲ ਡਾਊਨਵਰਡ, ਨਾਲ ਮੈਂ ਤੁਹਾਨੂੰ ਕਰਕੇ ਵੀ ਦਿਖਾ ਦੇਣਾ, ਆਪਾਂ ਕਰਕੇ ਦੇਖ ਲੈਂਦੇ ਹਾਂ। ਐਕਸਲ ਖੋਲਦੇ ਆ, ਜਿਵੇਂ ਇਹ ਅੱਖਰ ਹੈ ਕੋਈ, ਇੱਥੇ ਆਪਣਾ ਹੈਗਾ, ਇੱਥੇ ਆਪਾਂ ਐਂਟਰ ਦੱਬ ਦਿੰਦੇ ਆ, ਥੱਲੇ ਵਾਲਾ ਆ ਗਿਆ ਦੇਖੋ। ਤੇ ਜੇ ਆਪਾਂ ਸ਼ਿਫਟ ਐਂਟਰ ਦੱਬ ਦਾਂਗੇ ਉੱਪਰਲਾ, ਐਂਟਰ ਵੇਨੇ ਡਾਊਨ, ਸ਼ਿਫਟ ਐਂਟਰ ਵੇਨੇ ਅਪ। ਤਾਂ ਦੁਬਾਰਾ ਦੇਖ ਲਓ, ਐਂਟਰ ਵੇਨੇ ਡਾਊਨ, ਆ ਦੇਖੋ ਐਂਟਰ ਕਰਦਾ ਮੈਂ ਡਾਊਨ, ਹੁਣ ਮੈਂ ਸ਼ਿਫਟ ਤੇ ਐਂਟਰ, ਠੀਕ ਹੈ। ਨਹੀਂ ਤਾਂ ਆਪਾਂ ਐਂ ਕਰ ਲੈਂਦੇ ਆ, ਔਨ ਸਕਰੀਨ ਕੀਬੋਰਡ ਕੱਢ ਲੈਂਦੇ ਆ, ਤੁਹਾਨੂੰ ਆਈਡੀਆ ਹੋ ਜਾਣਾ, ਹਨਾ। ਤਾਂ ਥੋੜਾ ਜਿਹਾ ਥੱਲੇ ਕਰ ਲਈਏ, ਸਪੋਜ਼ ਕਰੋ ਇੱਥੇ ਖੜੇ ਆ, ਇੱਥੇ ਜਾ ਕੇ ਦੇਖੋ ਐਂਟਰ ਦੱਬਦੇ ਆ, ਐਂਟਰ ਨਾਲ ਥੱਲੇ ਜਾਈਏ, ਸ਼ਿਫਟ ਔਨ ਕੀਤਾ, ਉਸ ਤੋਂ ਬਾਅਦ ਐਂਟਰ ਦੱਬ ਰਿਹਾ। ਵਾਰੀ ਦੱਬਣਾ, ਵੈਸੇ ਦੱਬ ਕੇ ਨਹੀਂ ਰੱਖ ਸਕਦੇ ਨਾ। ਆ ਦੇਖੋ, ਸ਼ਿਫਟ ਐਂਟਰ, ਸ਼ਿਫਟ ਐਂਟਰ, ਸ਼ਿਫਟ ਐਂਟਰ। ਇੱਕ ਸੀਗਾ ਟੈਬ ਦੇ ਨਾਲ ਕਿੱਧਰ ਨੂੰ ਜਾਂਦਾ? ਟੈਬ ਦੇ ਨਾਲ ਜਾਂਦਾ ਰਾਈਟ ਤੇ, ਠੀਕ ਹੈ। ਟੈਬ ਦੇ ਨਾਲ ਜਾਂਦਾ ਰਾਈਟ ਤੇ ਆ ਦੇਖੋ, ਵਨ ਸੈੱਲ ਟੂ ਦੀ ਰਾਈਟ, ਟੈਬ ਵੀ ਹੋ ਗਿਆ, ਸ਼ਿਫਟ ਐਂਟਰ ਹੋ ਗਿਆ, ਸ਼ਿਫਟ ਟੈਬ। ਹੁਣ ਆਪਾਂ ਦੇਖਦੇ ਹਾਂ ਸ਼ਿਫਟ ਟੈਬ ਦੱਬ ਕੇ, ਹੁਣ ਖੜੇ ਕਿੱਥੇ? ਇੱਥੇ ਆ, ਸ਼ਿਫਟ ਟੈਬ, ਇੱਥੇ ਜੇ ਖੜੇ ਸੀ ਨਾ, ਹਾਂ, ਸ਼ਿਫਟ ਟੈਬ, ਲੈਫਟ ਤੇ ਚਲੇ ਗਏ, ਸ਼ਿਫਟ ਟੈਬ, ਸ਼ਿਫਟ ਟੈਬ। ਦੇਖੋ ਯਾਦ ਰੱਖਣਾ ਬੜਾ ਸੌਖਾ ਹੈ। ਐਂਟਰ ਦੇ ਨਾਲ ਥੱਲੇ ਕੋਈ ਵੀ ਚੀਜ਼ ਆਪਾਂ ਵਰਡ ਦੇ ਵਿੱਚ ਐਂਟਰ ਮਾਰਦੇ ਆ, ਥੱਲੇ ਨੂੰ ਜਾਂਦਾ, ਐਂਟਰ ਦੇ ਨਾਲ ਥੱਲੇ, ਸ਼ਿਫਟ ਐਂਟਰ ਦੇ ਨਾਲ ਅਪ, ਟੈਬ ਦੇ ਨਾਲ ਆਪਾਂ ਨੂੰ ਪਤਾ ਸੱਜੇ ਪਾਸੇ ਜਾਂਦੇ ਆ, ਸ਼ਿਫਟ ਟੈਬ ਦੇ ਨਾਲ ਖੱਬੇ ਪਾਸੇ। ਸੋ ਬੜਾ ਸੌਖਾ ਹੈ। ਇਹ ਚਾਰਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਸਵਾਲ ਪੁੱਛ ਲੇ ਤਾਂ ਤੁਹਾਡਾ ਸਵਾਲ ਹੈਗਾ ਜਿਹੜਾ ਹੁਣ ਉਹ ਫਸਣਾ ਨਹੀਂ ਚਾਹੀਦਾ। ਤਾਂ ਸਾਰੇ ਹੀ ਸਕਰੀਨਸ਼ਾਟ ਲੈ ਸਕਦੇ ਹੋ, ਨਹੀਂ ਤਾਂ ਆਪਾਂ ਇਹਦੀ PDF ਵੀ ਸ਼ੇਅਰ ਕਰ ਦਾਂਗੇ ਗਰੁੱਪ ਦੇ ਵਿੱਚ। ਟੈਲੀਗ੍ਰਾਮ ਚੈਨਲ ਆਪਣਾ, ਤੁਸੀਂ ਜੁਆਇਨ ਕਰ ਸਕਦੇ ਹੋ, ਜਿਹਦਾ ਲਿੰਕ ਹੋਮ ਤੇ ਅਬਾਊਟ ਦੇ ਵਿੱਚ ਜਾਓਗੇ ਉੱਥੇ ਵੀ ਮਿਲ ਜੂਗਾ, ਵੀਡੀਓ ਦੇ ਥੱਲੇ ਵੀ ਤੁਹਾਨੂੰ ਮਿਲ ਜੂਗਾ। ਟੈਲੀਗ੍ਰਾਮ ਚੈਨਲ ਤੇ ਤੁਹਾਨੂੰ ਸਾਰੀਆਂ PDFs ਨੇ ਜਿਹੜੀਆਂ ਫ੍ਰੀ ਆਫ ਕਾਸਟ ਮਿਲਦੀਆਂ ਨੇ। ਇੱਕ ਗੱਲ ਹੋਰ, ਪੇਪਰ ਚਾਹੇ ਤੁਸੀਂ ਕਾਂਸਟੇਬਲ ਦਾ ਦੇਣਾ, ਚਾਹੇ ਜਿਹੜਾ ਮਰਜ਼ੀ ਪੇਪਰ ਦੇਣਾ, ਪ੍ਰੀਵੀਅਸ ਈਅਰ ਕੁਐਸਚਨ ਸਾਰਿਆਂ ਦੇ ਹੀ ਦੇਖਿਆ ਕਰੋ, ਕਿਉਂਕਿ ਉਹੀ ਚੀਜ਼ਾਂ ਨੇ ਘੁੰਮ ਘੁਮਾ ਕੇ ਜਿਹੜੀਆਂ ਪਾਈਆਂ ਜਾਂਦੀਆਂ ਨੇ, ਹਨਾ। ਸੋ ਅਗਲਾ ਬੜਾ ਵਧੀਆ ਸਵਾਲ ਹੈ, ਕਹਿੰਦਾ ਵਿਚ ਆਫ ਦੀ ਫੋਲੋਇੰਗ ਇਜ਼ ਕਰੈਕਟ ਰਿਗਾਰਡਿੰਗ ਟੈਕਸਟ ਮੋਡ ਇੰਟਰੈਕਸ਼ਨ ਵਿਦ ਕੰਪਿਊਟਰ। ਕਹਿੰਦਾ ਕੰਪਿਊਟਰ ਦੇ ਨਾਲ ਟੈਕਸਟ ਮੋਡ ਇੰਟਰੈਕਸ਼ਨ ਦੇ ਵਿੱਚੋਂ ਕਿਹੜਾ ਕਰੈਕਟ ਹੈ? ਦੇਖੋ ਕਰੈਕਟ ਤੇ ਵੀ ਗੋਲਾ ਲਾਉਣਾ, ਜੇ ਹੁਣ ਇੱਥੇ ਇਨਕਰੈਕਟ ਆ ਜੇ, ਇਨਕਰੈਕਟ, ਫਿਰ ਆਨਸਰ ਬਦਲ ਜੂਗਾ। ਤਾਂ ਧਿਆਨ ਰੱਖਣਾ ਹੈ, ਇੱਥੇ ਸਿਲੀ ਮਿਸਟੇਕ ਹੋਣ ਦੇ ਚਾਂਸ ਜ਼ਿਆਦਾ ਨੇ। ਬਹੁਤ ਸਾਰੇ ਬੱਚਿਆਂ ਦੇ ਸਿਲੀ ਮਿਸਟੇਕਸ ਦੇ ਨਾਲ ਹੀ ਜਿਹੜੇ ਨੇ ਉਹ ਨੰਬਰ ਕੱਟੇ ਜਾਂਦੇ ਨੇ, ਬੜਾ ਦੁੱਖ ਲੱਗਦਾ। ਤਾਂ ਇਹਨਾਂ ਦੇ ਲਈ ਤੁਸੀਂ ਟੈਸਟ ਸੀਰੀਜ਼ ਕੋਈ ਲੈ ਸਕਦੇ ਹੋ, ਤਾਂ ਮੌਕ ਟੈਸਟ ਲਗਾ ਸਕਦੇ ਹੋ, ਬਹੁਤ ਜ਼ਿਆਦਾ ਜ਼ਰੂਰੀ ਹੁੰਦੇ ਨੇ। ਆਨਲਾਈਨ ਜ਼ਿਆਦਾ ਲਗਾਇਆ ਕਰੋ ਨਾ, ਕਿਉਂਕਿ ਆਫਲਾਈਨ ਦੇ ਵਿੱਚ ਆਪਾਂ ਸੀਰੀਅਸ ਨਹੀਂ ਹੁੰਦੇ, PDF ਲੈ ਲੈਂਦੇ ਹਾਂ, ਉਨੀ ਗੱਲ ਨਹੀਂ ਬਣਦੀ।
ਆਨਲਾਈਨ 'ਚ ਨਾਲ ਟਾਈਮ ਚੱਲਦਾ, ਨਾਲ ਦੀ ਨਾਲ ਰਿਜ਼ਲਟ ਕੈਲਕੂਲੇਟ ਆਟੋਮੈਟਿਕ ਹੋ ਜਾਂਦੀਆਂ ਨੇ ਚੀਜ਼ਾਂ, ਹੈ ਨਾ। ਤਾਂ ਟੈਸਟ ਸੀਰੀਜ਼ ਲੈਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਬਾਕੀ ਸਟ੍ਰੈਸ ਤੋਂ ਬਿਨਾਂ ਕੰਮ ਕਰਨਾ, ਸਟ੍ਰੈਸ ਫ੍ਰੀ ਹੋ ਕੇ। ਐਵੇਂ ਇਕੱਲੇ ਕਹਿ ਲਓ ਵੀ ਇਕੱਲੇ ਕੁਐਸਚਨ ਪੜ੍ਹਨ ਦਾ ਕੋਈ ਫਾਇਦਾ ਨਹੀਂ, ਕਨਸੈਪਟ ਪੜ੍ਹਨਾ ਜ਼ਰੂਰੀ ਹੈ। ਬਹੁਤ ਜ਼ਿਆਦਾ ਡੀਪ ਦੇ ਵਿੱਚ ਪੜ੍ਹੋ, ਚਾਹੇ ਇਹ ਐਗਜ਼ਾਮ +2 ਬੇਸਡ ਹੈ, ਪਰ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਇਹਦੇ ਉੱਤੋਂ ਹੀ ਚੀਜ਼ਾਂ ਚੱਕ ਕੇ ਪਾਈਆਂ ਜਾਂਦੀਆਂ ਨੇ। ਤਾਂ ਜ਼ਿਆਦਾ ਸਾਡਾ ਫੋਕਸ ਹੋਣਾ ਚਾਹੀਦਾ। ਜਿਹੜੇ ਬੱਚੇ +2 ਕਰਕੇ ਦੇ ਰਹੇ ਨੇ, ਉਹਨਾਂ ਦੀ ਤਾਂ ਬਹੁਤ ਜ਼ਿਆਦਾ ਏਜ ਪਈ ਹੈ ਹਜੇ ਕੰਮ ਕਰਨ ਦੀ, ਮਤਲਬ ਕਹਿ ਲਓ ਜੌਬ ਦੇ ਲਈ ਬਹੁਤ ਸਾਰੀਆਂ ਪੋਸਟਾਂ ਤੁਹਾਡੇ ਲਈ ਨਿਕਲਣੀਆਂ। ਤੁਸੀਂ ਗ੍ਰੈਜੂਏਸ਼ਨ ਕਰੋ ਤਾਂ ਤੁਸੀਂ ਹੁਣ ਤੋਂ ਹੀ ਚੀਜ਼ਾਂ ਦੇ ਪ੍ਰਤੀ ਨਜ਼ਰੀਆ ਆਪਣਾ ਇੱਕ ਡੀਪ ਐਨਾਲਿਸਿਸ, ਡੂੰਘਾ ਪੜ੍ਹਨ ਦਾ ਬਣਾਓ, ਤਾਂ ਫਿਰ ਤੁਹਾਡੇ ਪੇਪਰ ਬਹੁਤ ਜ਼ਿਆਦਾ ਨਿਕਲਣਗੇ। ਜੇ ਤੁਸੀਂ ਉੱਤੋਂ ਹਲਕਾ ਪੜ੍ਹੀ ਜਾਓਗੇ, ਫਿਰ ਉਨਾ ਹੀ ਤੁਹਾਨੂੰ ਜ਼ਿਆਦਾ ਟਾਈਮ ਲੱਗਣਾ। ਤਾਂ ਆਉਣਾ ਉੱਥੇ ਹੀ ਪੈਣਾ ਆਪਾਂ ਨੂੰ। ਤਾਂ ਚੀਜ਼ਾਂ ਨੂੰ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਜਿਵੇਂ ਆਹ ਸਵਾਲ ਦੇ ਵਿੱਚ ਆਪਾਂ ਡੀਪ ਐਨਾਲਿਸਿਸ ਕਰਕੇ ਹੀ ਸਮਝਾਂਗੇ। ਕਹਿੰਦਾ ਵਿਚ ਆਫ ਦੀ ਫੋਲੋਇੰਗ ਇਜ਼ ਕਰੈਕਟ ਰਿਗਾਰਡਿੰਗ ਟੈਕਸਟ ਮੋਡ ਇਨ ਇੰਟਰੈਕਸ਼ਨ ਵਿਦ ਕੰਪਿਊਟਰ। ਕੰਪਿਊਟਰ ਦੇ ਨਾਲ ਦੋ ਤਰ੍ਹਾਂ ਦੀ ਇੰਟਰੈਕਸ਼ਨ ਹੁੰਦੀ ਹੈ। ਮੰਨ ਲਓ ਆ ਕੰਪਿਊਟਰ ਦੀ ਸਕਰੀਨ ਆ, ਇਹਦੇ ਨਾਲ ਦੋ ਤਰ੍ਹਾਂ ਦੀ ਇੰਟਰੈਕਸ਼ਨ ਹੋ ਸਕਦੀ ਹੈ। ਇੱਕ ਤਾਂ ਆਪਾਂ ਕਹਿ ਦਈਏ GUI, ਗ੍ਰਾਫਿਕਲ ਯੂਜ਼ਰ ਇੰਟਰਫੇਸ, ਤੇ ਦੂਸਰੀ ਹੈ ਟੈਕਸਟ ਮੋਡ ਇੰਟਰੈਕਸ਼ਨ, TMI ਵੀ ਕਹਿ ਸਕਦੇ ਆ, ਜਾਂ ਆਪਾਂ ਕਹਿ ਸਕਦੇ ਆ ਕਮਾਂਡ ਲਾਈਨ ਇੰਟਰਫੇਸ। ਵੈਸੇ ਆਹ ਦੋ ਨਾਮ ਜ਼ਿਆਦਾਤਰ ਪਪੂਲਰ ਨੇ, ਗ੍ਰਾਫਿਕਲ ਯੂਜ਼ਰ ਇੰਟਰਫੇਸ ਤੇ ਕਮਾਂਡ ਲਾਈਨ ਇੰਟਰਫੇਸ। ਕਲੀਅਰ ਹੋਈ ਗੱਲ। ਸੋ ਟੈਕਸਟ ਮੋਡ ਇੰਟਰੈਕਸ਼ਨ ਇਹਨੇ ਲਿਖ ਦਿੱਤਾ, ਆਪਾਂ ਟੈਕਸਟ ਮੋਡ ਲਿਖ ਲਿਆ। ਤਾਂ ਕਹਿੰਦਾ ਹੇਠ ਲਿਖਿਆਂ ਦੇ ਵਿੱਚੋਂ ਕਰੈਕਟ ਨੇ ਕਿਹੜੀਆਂ ਚੀਜ਼ਾਂ ਠੀਕ ਨੇ ਟੈਕਸਟ ਮੋਡ ਦੇ ਵਿੱਚ। ਗ੍ਰਾਫਿਕਲ ਦੇ ਵਿੱਚ ਜਿਵੇਂ ਆਪਣਾ ਫੋਨ ਹੁੰਦਾ ਹੈ, ਐਂਡਰੋਇਡ ਫੋਨ ਹੈ, ਚਾਹੇ ਤੁਹਾਡੇ ਕੋਲ iOS ਦਾ, ਐਪਲ ਦਾ iOS ਹੈ, ਉਹਦੇ ਵਿੱਚ ਅਸੀਂ ਕੁਝ ਵੀ ਚੀਜ਼ ਸਾਨੂੰ ਦਿਖਦੀ, ਅਸੀਂ ਕਲਿੱਕ ਕਰੀਏ ਨਾ, ਸਾਨੂੰ ਕੁਝ ਵੀ ਟਾਈਪ ਨਹੀਂ ਕਰਨਾ ਪੈਂਦਾ। ਜੇ ਅਸੀਂ ਟਾਈਪ ਕਰਨਾ, ਪੁਰਾਣੇ ਫੀਚਰ ਫੋਨ ਨੇ, ਉਹਨੂੰ ਆਪਾਂ GUI ਨਹੀਂ ਕਵਾਂਗੇ, ਉਹ ਟੈਕਸਟ ਮੋਡ ਹੈ। ਯਾਨੀ ਕਿ ਟੈਕਸਟ ਮੋਡ ਦੇ ਵਿੱਚ ਸਾਨੂੰ ਟੈਕਸਟ ਲਿਖਣਾ ਪੈਂਦਾ, ਹੈ ਨਾ। ਸੋ ਦੋ ਤਰ੍ਹਾਂ ਦੀ ਇੰਟਰੈਕਸ਼ਨ ਹੁੰਦੀ ਹੈ। ਜ਼ਿਆਦਾਤਰ ਜਿਹੜੀ Windows 7, 10 ਆਉਂਦੀ ਉਹ ਆਪਣੀ ਗ੍ਰਾਫਿਕਲ ਯੂਜ਼ਰ ਇੰਟਰਫੇਸ ਆ। ਉਹਦੇ ਵਿੱਚ ਕਮਾਂਡ ਲਾਈਨ ਇੰਟਰਫੇਸ ਵੀ ਹੁੰਦਾ, ਜੇ ਤੁਸੀਂ ਚਾਹੋ ਤਾਂ ਵਰਤ ਸਕਦੇ ਹੋ, ਵੈਸੇ ਜ਼ਰੂਰਤ ਨਹੀਂ ਹੈ। ਲਾਈਨਿਕਸ ਹੈ ਜਿਹੜੀ ਉਹ ਪਪੂਲਰ ਹੋਈ ਹੈ ਜ਼ਿਆਦਾ ਕਮਾਂਡ ਲਾਈਨ ਇੰਟਰਫੇਸ ਦੇ ਲਈ। ਇਹਨਾਂ ਦੇ ਦੋਨਾਂ ਦੇ ਕੀ ਬੈਨੀਫਿਟ ਨੇ, ਕੀ ਨੁਕਸਾਨ ਨੇ, ਉਹ ਚੀਜ਼ਾਂ ਆਪਾਂ ਦੇਖਦੇ ਹਾਂ ਗਲੀਆਂ। ਕਹਿੰਦਾ ਹੇਠ ਲਿਖਿਆਂ ਦੇ ਵਿੱਚੋਂ ਫੋਲੋਇੰਗ ਇਜ਼ ਕਰੈਕਟ ਰਿਗਾਰਡਿੰਗ ਦੀ ਟੈਕਸਟ ਮੋਡ ਇੰਟਰੈਕਸ਼ਨ। ਟੈਕਸਟ ਮੋਡ ਇੰਟਰੈਕਸ਼ਨ ਦੇ ਨਾਲ ਕਿਹੜਾ ਕਰੈਕਟ ਹੈ? ਪਹਿਲਾ ਹੈਗਾ ਕੰਬਰਸਮ, ਵੈਸੇ ਆਰ ਸਾਇਲੈਂਟ ਹੁੰਦੀ, ਆਪਾਂ ਕੰਬਰਸਮ ਹੀ ਕਵਾਂਗੇ। ਕੰਬਰਸਮ, ਟਾਈਮ ਕੰਜ਼ਿਊਮਿੰਗ, ਕਹਿੰਦਾ ਕੰਬਰਸਮ ਹੈ ਇਹ, ਟਾਈਮ ਕੰਜ਼ਿਊਮਿੰਗ ਹੈ, ਲਿਮਟਿਡ ਇਨ ਸਕੋਪ ਆਫ ਆਪਰੇਸ਼ਨ। ਇਹ ਟੈਕਸਟ ਮੋਡ ਇੰਟਰੈਕਸ਼ਨ ਦੀ ਗੱਲ ਕਰਦਾ। ਟੈਕਸਟ ਮੋਡ ਇੰਟਰੈਕਸ਼ਨ ਹੈ ਜਿਹੜਾ, ਕਹਿੰਦਾ ਕੰਬਰਸਮ ਹੈ, ਟਾਈਮ ਕੰਜ਼ਿਊਮ ਕਰਦਾ, ਲਿਮਟਿਡ ਇਨ ਸਕੋਪ ਆਫ ਆਪਰੇਸ਼ਨ। ਤਾਂ ਹੁਣ ਪਹਿਲਾਂ ਆਪਾਂ ਨੂੰ ਸਮਝਣਾ ਪੈਣਾ, ਆਪਾਂ ਨੂੰ ਪਤਾ ਨਹੀਂ ਵੀ ਕੰਬਰਸਮ ਕੀ ਹੁੰਦਾ, ਹੈ ਨਾ। The text mode interaction with the computer refers to interacting with the computer using text-based commands or interface. Text-based command ਦੇ ਨਾਲ interact ਕਰਨਾ। It typically involves typing commands, ਇਹਦੇ ਵਿੱਚ commands ਨੂੰ ਆਪਾਂ type ਕਰਦੇ ਹਾਂ, or providing input through a keyboard. Keyboard ਦੇ ਦੁਆਰਾ input provide ਕਰਨੀ, receiving output on a display. Display ਤੇ ਉਸ ਤਰ੍ਹਾਂ ਹੀ text mode ਦੇ ਵਿੱਚ output ਆ ਜਾਣੀ, ਹੈ ਨਾ। The statement mentioned in the options are, ਇਹ ਆਪਾਂ justification ਦੇਖਦੇ ਹਾਂ। Cumbersome, this means that the text mode interaction can be inconvenient or difficult. ਕਹਿੰਦਾ ਵੀ ਜਿਹੜੀ ਅਸੀਂ ਟੈਕਸਟ ਮੋਡ ਦੇ ਦੁਆਰਾ ਇਨਫੋਰਮੇਸ਼ਨ ਐਂਟਰ ਕਰਦੇ ਆ, ਕਹਿੰਦਾ ਕੰਬਰਸਮ ਦਾ ਮਤਲਬ ਹੁੰਦਾ ਵੀ ਉਹ ਇਨਕਨਵੀਨੀਅੰਟ ਹੈ, ਮਤਲਬ ਔਖੀ ਹੈ, ਡਿਫਿਕਲਟ ਹੈ ਐਂਟਰ ਕਰਨੀ। ਕਾਹਦੇ ਕਰਕੇ? ਡਿਊ ਟੂ ਨੀਡ ਆਫ ਰਿਮੈਂਬਰ ਸਪੈਸੀਫਿਕ ਕਮਾਂਡਸ। ਤਾਂ ਸਾਨੂੰ ਸਪੈਸੀਫਿਕ ਕਮਾਂਡਸ ਯਾਦ ਰੱਖਣੀਆਂ ਪੈਂਦੀਆਂ ਨੇ। ਜੇ ਹੁਣ ਪ੍ਰਿੰਟ ਕਰਨ ਦੇ ਲਈ ਆਪਾਂ ਤਾਂ Ctrl+P ਦੱਬ ਦਿੰਦੇ ਆ। ਜੇ ਅਸੀਂ ਕਮਾਂਡ ਲਾਈਨ ਇੰਟਰਫੇਸ ਦੇ ਵਿੱਚ ਜਾਵਾਂਗੇ, ਉੱਥੇ Ctrl+P ਨਹੀਂ ਚੱਲਦਾ, ਉੱਥੇ ਕਮਾਂਡਸ ਚੱਲਦੀਆਂ ਨੇ ਬਹੁਤ ਸਾਰੀਆਂ, ਲਿਸਟ ਆਫ ਕਮਾਂਡਸ। ਸਿੰਟੈਕਸ ਯਾਦ ਰੱਖਣਾ ਪੈਂਦਾ ਲੈਂਗੁਏਜ ਦਾ। ਜਿਵੇਂ ਆਪਾਂ ਸਿੰਟੈਕਸ ਕਹਿ ਦਈਏ ਵੀ, ਆਪਾਂ ਕਹਿ ਦਈਏ ਪ੍ਰਿੰਟ ਐਫ ਹੈਲੋ, ਹਨਾ, ਇਸ ਤਰ੍ਹਾਂ ਕਰਕੇ। ਇਹ ਸੀ ਲੈਂਗੁਏਜ ਦੀ, ਤੁਸੀਂ +2 ਵਾਲੇ ਬੱਚੇ ਨੇ ਜਿਹੜੇ, ਹੋ ਸਕਦਾ ਤੁਸੀਂ ਲੈਂਗੁਏਜ ਪੜ੍ਹ ਕੇ ਆਏ ਹੋ। ਅੱਜ ਕੱਲ੍ਹ ਤਾਂ ਸਕੂਲਾਂ ਦੇ ਵਿੱਚ C++, ਜਾਵਾ, ਪਾਈਥਨ ਵੀ ਸਟਾਰਟ ਹੋ ਗਈਆਂ ਪੜ੍ਹਾਉਣੀਆਂ, ਤਾਂ ਹੋ ਸਕਦਾ ਤੁਹਾਨੂੰ ਇਹ ਚੀਜ਼ਾਂ ਦਾ ਪਤਾ ਹੋਵੇ ਵੀ ਸੀ ਲੈਂਗੁਏਜ ਦਾ ਸਿੰਟੈਕਸ ਹੁੰਦਾ, ਹੈ ਨਾ। ਤਾਂ ਕਿਸੇ ਵੀ ਲੈਂਗੁਏਜ ਦਾ ਸਿੰਟੈਕਸ ਹੁੰਦਾ, ਉਵੇਂ ਕੰਪਿਊਟਰ ਲੈਂਗੁਏਜ ਦਾ ਵੀ ਸਿੰਟੈਕਸ ਹੁੰਦਾ। ਤਾਂ ਉਹ ਸਿੰਟੈਕਸ ਨੂੰ ਯਾਦ ਰੱਖਣਾ ਪੈਂਦਾ। ਨੈਵੀਗੇਟਿੰਗ ਥਰੂ ਟੈਕਸਚੁਅਲ ਮੈਨਿਊਜ਼, ਟੈਕਸਚੁਅਲ ਮੈਨਿਊਜ਼ ਦੇ ਵਿੱਚ ਇੱਕ ਦੂਜੀ ਜਗ੍ਹਾ ਤੇ ਨੈਵੀਗੇਟ ਕਰਨਾ ਪੈਂਦਾ ਹੈ। ਇਟ ਮੇ ਰਿਕੁਆਇਰ ਯੂਜ਼ਰ ਟੂ ਹੈਵ ਸਰਟਨ ਲੈਵਲ ਆਫ ਟੈਕਨੀਕਲ ਨੌਲੇਜ। ਕਹਿੰਦਾ ਜੇ ਤੁਸੀਂ ਟੈਕਸਟ ਮੋਡ ਦੇ ਵਿੱਚ ਜਾਣਾ ਤਾਂ ਤੁਹਾਨੂੰ ਟੈਕਨੀਕਲ ਨੌਲੇਜ ਹੋਣੀ ਚਾਹੀਦੀ ਹੈ, ਔਰ ਫੈਮਿਲੈਰਿਟੀ ਵਿਦ ਦੀ ਕਮਾਂਡ ਲਾਈਨ ਇੰਟਰਫੇਸ। ਤਾਂ ਕੰਬਰਸਮ ਦਾ ਮੀਨਿੰਗ ਕੀ ਹੈ? ਵੀ ਇਹ ਟੈਕਸਟ ਮੋਡ ਇੰਟਰੈਕਸ਼ਨ ਹੈ ਜਿਹੜੀ ਇਨਕਨਵੀਨੀਅੰਟ ਹੈ, ਡਿਫਿਕਲਟ ਹੈ। ਕੀ ਟੈਕਸਟ ਮੋਡ ਇੰਟਰੈਕਸ਼ਨ ਦੇ ਵਿੱਚ ਕੰਬਰਸਮ ਹੈ, ਯਾਨੀ ਕਿ ਡਿਫਿਕਲਟੀ ਜਾਂ ਇਨਕਨਵੀਨੀਅੰਸ ਹੈਗੀ ਆ? ਹਾਂ ਹੈਗੀ ਆ। ਇਹਦਾ ਮਤਲਬ ਠੀਕ ਹੈ, ਕਿਉਂਕਿ ਉਹਨੇ ਪੁੱਛਿਆ ਕੀ ਆਪਾਂ ਨੂੰ ਹੇਠ ਲਿਖਿਆਂ ਚ ਕਿਹੜਾ ਕਰੈਕਟ ਹੈ। ਕਲੀਅਰ ਹੋਈ ਗੱਲ। ਤਾਂ ਕੰਬਰਸਮ ਟੈਕਸਟ ਮੋਡ ਇੰਟਰੈਕਸ਼ਨ ਹੈਗਾ
ਗ੍ਰਾਫਿਕਲ ਯੂਜ਼ਰ ਇੰਟਰਫੇਸ ਮੋਡ ਹੈ ਜਿਹੜਾ ਕੰਬਰਸਮ ਨਹੀਂ ਹੈਗਾ। ਤੇ ਕੰਬਰਸਮ ਦਾ ਮੀਨਿੰਗ ਔਖਾ, ਇਨਕਨਵੀਨੀਅੰਟ, ਹਾਰਡ। ਕਾਹਦੇ ਕਰਕੇ? ਇਸ ਵਜ੍ਹਾ ਕਰਕੇ ਵੀ ਸਿੰਟੈਕਸ ਯਾਦ ਰੱਖਣਾ ਪੈਂਦਾ ਹੈ, ਕਮਾਂਡ ਲਾਈਨ ਹੈ ਜਿਹੜੀ ਕਮਾਂਡ ਸਪੈਸੀਫਿਕ ਆਪਾਂ ਨੂੰ ਯਾਦ ਰੱਖਣੀਆਂ ਪੈਂਦੀਆਂ ਨੇ। ਠੀਕ ਹੈ, ਅਗਲਾ ਹੈਗਾ ਟਾਈਮ ਕੰਜ਼ਿਊਮਿੰਗ। ਟਾਈਮ ਕੰਜ਼ਿਊਮਿੰਗ ਵੀ ਇਹੀ ਹੈ ਵੀ ਕਦੇ ਕਦੇ ਇਹ ਸਲੋ ਹੁੰਦਾ। ਵੈਸੇ ਜੇ ਆਪਾਂ ਦੇਖੀਏ ਨਾ GUI ਤੇ CLI ਦੇ ਵਿੱਚੋਂ, CLI ਤੇ GUI ਦੇ ਵਿੱਚੋਂ ਸਲੋਅਰ ਫਾਸਟਰ ਦੇ ਨਾਰਮਲੀ ਜੇ ਆਪਾਂ ਦੇਖੀਏ ਤਾਂ CLI ਫਾਸਟਰ ਹੁੰਦਾ। ਕਿਉਂ? ਕਿਉਂਕਿ ਉਹਦੇ ਵਿੱਚ ਵੀਡੀਓ ਗ੍ਰਾਫਿਕ ਰੈਂਡਰਿੰਗ ਨਹੀਂ ਹੁੰਦੀ। ਗ੍ਰਾਫਿਕ ਰੈਂਡਰਿੰਗ ਅੱਗੇ ਦੱਸਦਾ ਕੀ ਹੁੰਦਾ, ਜਾਂ ਇਹ ਕਹਿ ਲਓ ਵੀ ਜਦੋਂ ਅਸੀਂ ਕਲਿੱਕ ਕਰਦੇ ਹਾਂ ਕਿਸੇ ਮੈਨਿਊ ਤੇ, ਜਾਂ ਆਪਾਂ ਕਹਿ ਲਓ ਗ੍ਰਾਫਿਕ ਤੇ ਕਲਿੱਕ ਕਰਦੇ ਹਾਂ, ਤਾਂ ਉਹਦੇ ਪਿੱਛੇ ਦੀ ਕੋਡਿੰਗ ਚੱਲਦੀ ਹੈ, ਤਾਂ ਉਸ ਚੀਜ਼ ਤੇ ਸਮਾਂ ਲੱਗ ਜਾਂਦਾ ਹੈ। CLI ਜੇਕਰ ਤੁਹਾਡੀ ਸਪੀਡ ਕਮਾਂਡ ਦੇ ਵਿੱਚ ਜ਼ਿਆਦਾ ਤਾਂ ਇਹ ਫਾਸਟਰ ਹੈ। ਬਟ ਟਾਈਮ ਕੰਜ਼ਿਊਮਿੰਗ ਕੁਝ ਕੇਸਿਸ ਦੇ ਵਿੱਚ ਟਾਈਮ ਕੰਜ਼ਿਊਮਿੰਗ ਹੈਗਾ ਹੈ। ਕਿਉਂ? require typing command or navigating through text based menus. It may take more time to perform certain tasks compared to using GUI with visual icon and menus. ਤਾਂ ਹੋ ਸਕਦਾ ਤੁਸੀਂ ਇੱਥੇ ਥੋੜਾ ਜਿਹਾ ਕਨਫਿਊਜ਼ ਹੋ ਜਾਓ ਵੀ ਇੱਥੇ ਤਾਂ ਫਾਸਟਰ ਕਹਿ ਰਹੇ ਆ ਪਰ ਇੱਥੇ ਟਾਈਮ ਕੰਜ਼ਿਊਮਿੰਗ ਕਿਉਂ ਕਹਿ ਰਹੇ ਆ। ਤੇ ਕੰਟੈਕਸਟ ਦੇ ਵਿੱਚ ਆ ਤਾਂ ਟਾਈਮ ਕੰਜ਼ਿਊਮਿੰਗ CLI ਹੈਗਾ, ਕਿਉਂਕਿ ਕਮਾਂਡ ਯਾਦ ਰੱਖਣੀਆਂ, ਲਿਖਣੀਆਂ, ਪੂਰਾ ਆਪਾਂ ਨੂੰ ਇੱਕ ਸਕ੍ਰਿਪਟ ਬਣਾਉਣ ਦੇ ਟਾਈਮ ਲੱਗਦਾ। ਬਟ GUI ਹੈ ਜਿਹੜਾ, ਇਹ ਉਸ ਕੇਸ 'ਚ ਫਾਸਟਰ ਹੋ ਜਾਂਦਾ ਜਦੋਂ ਕਮਾਂਡ ਸਾਨੂੰ ਯਾਦ ਨਾ ਹੋਣ। ਜਨਰਲੀ ਜਿਹੜਾ CLI ਫਾਸਟਰ ਹੈ ਤੇ GUI ਹੈ ਜਿਹੜਾ ਉਹ ਸਲੋਅਰ। ਅੱਗੇ ਵੀ ਆਪਾਂ ਗੱਲ ਕਰਾਂਗੇ, ਤਾਂ ਇਹ ਵੀ ਗੱਲ ਠੀਕ ਹੋ ਗਈ ਵੀ ਟੈਕਸਟ ਮੋਡ ਇੰਟਰੈਕਸ਼ਨ ਹੈ ਜਿਹੜੀ ਇਹ ਟਾਈਮ ਕੰਜ਼ਿਊਮਿੰਗ ਹੈ। ਨੈਕਸਟ ਹੋ ਗਿਆ ਲਿਮਟਡ ਇਨ ਸਕੋਪ ਆਫ ਆਪਰੇਸ਼ਨ। ਇਹ ਵੀ ਗੱਲ ਠੀਕ ਆ ਵੀ ਟੈਕਸਟ ਮੋਡ ਇੰਟਰੈਕਸ਼ਨ ਟਿਪੀਕਲੀ ਪ੍ਰੋਵਾਈਡਸ ਅ ਲਿਮਟਡ ਸੈਟ ਆਫ ਫੀਚਰ। ਤਾਂ ਇਹਦੇ ਵਿੱਚ ਲਿਮਟਡ ਫੀਚਰਸ ਹੁੰਦੇ ਨੇ ਐਂਡ ਆਪਸ਼ਨਸ ਕੰਪੇਅਰ ਟੂ ਮਾਡਰਨ ਅੱਜ ਕੱਲ੍ਹ ਦੇ ਗ੍ਰਾਫਿਕਲ ਇੰਟਰਫੇਸ। ਗ੍ਰਾਫਿਕਲ ਯੂਜ਼ਰ ਇੰਟਰਫੇਸ often offers more extensive functionality and designed to cater to a broader range of user task। ਬਹੁਤ ਸਾਰੇ ਹੁਣ ਤੁਸੀਂ ਜਿਹੜੇ ਬੈਂਕ 'ਚ EMPLOYE ਹੁੰਦੇ ਨੇ ਤਾਂ ਉਹਨਾਂ ਕੋਲੇ ਇੱਕ ਇੰਟਰਫੇਸ ਬਣਿਆ ਹੁੰਦਾ, ਉਹਨਾਂ ਕੋਲੇ ਕਿੰਨੇ ਹੀ ਫੀਲਡ ਹੁੰਦੇ ਨੇ। ਇੱਥੋਂ ਆਹ ਬਟਨ ਕਲਿੱਕ ਕਰਤਾ, ਇਹਦੇ ਨਾਲ ਆਹ ਖੁੱਲ ਗਿਆ ਜੀ, ਅੱਗੇ ਦੇ ਅੱਗੇ ਖੁੱਲ ਗਿਆ। ਜਾਂ ਤੁਸੀਂ ਫਾਰਮ ਭਰਦੇ ਹੋ, ਪਾਸਪੋਰਟ ਦਾ ਫਾਰਮ ਭਰਦੇ ਹੋ, ਕਿੰਨਾ ਕੁਝ ਹੋ ਜਾਂਦਾ ਗ੍ਰਾਫਿਕਲ ਯੂਜ਼ਰ ਇੰਟਰਫੇਸ ਮੋਡ ਦੇ ਵਿੱਚ। 에ਅਰਪੋਰਟ ਤੇ ਤੁਸੀਂ ਕੁਛ ਆਪਦੀ ਟਿਕਟ ਵਗੈਰਾ ਖੁਦ ਲੈਣੀ ਚਾਹੁੰਦੇ ਹੋ ਤਾਂ ਗ੍ਰਾਫਿਕਲ ਯੂਜ਼ਰ ਇੰਟਰਫੇਸ ਕਿੰਨਾ ਸੌਖਾ ਹੋ ਜਾਂਦਾ, ਜਿਹੜਾ ਕਿ ਕਮਾਂਡ ਲਾਈਨ ਜਾਂ ਟੈਕਸਟ ਮੋਡ ਇੰਟਰੈਕਸ਼ਨ ਦੇ ਵਿੱਚ ਥੋੜਾ ਔਖਾ ਹੁੰਦਾ। ਤੁਹਾਨੂੰ ਹਰ ਕੰਮ ਦੇ ਲਈ ਵੱਖਰੀ ਕਮਾਂਡ ਟਾਈਪ ਕਰਨੀ ਪੈਂਦੀ ਹੈ। ਤਾਂ ਕਰਕੇ ਜਿਹੜਾ ਟੈਕਸਟ ਮੋਡ ਇੰਟਰੈਕਸ਼ਨ ਹੈ ਇਹਦੇ ਵਿੱਚ ਲਿਮਿਟੇਸ਼ਨ ਹੁੰਦੀ ਹੈ, ਲਿਮਿਟਡ ਹੁੰਦਾ। ਜੇ ਕੁਝ ਇਹ ਨਹੀਂ ਹੈਗਾ ਵੀ ਉਹ ਕੁਝ ਹੋ ਨਹੀਂ ਸਕਦਾ, ਹੋ ਸਕਦਾ, ਪਰ ਹਰੇਕ ਚੀਜ਼ ਦੇ ਲਈ ਆਪਾਂ ਨੂੰ ਕੀ ਕਰਨਾ ਪੈਂਦਾ, ਕਮਾਂਡ ਹੀ ਪ੍ਰੈਸ ਕਰਨੀ ਪੈਂਦੀ ਹੈ, ਕਮਾਂਡ ਟਾਈਪ ਕਰਨੀ ਪੈਂਦੀ ਹੈ। ਇਹ ਲਿਮਿਟਡ ਹੈ, ਇਹ ਵੀ ਗੱਲ ਠੀਕ ਆ। ਤਾਂ ਹੁਣ ਇਹ ਕਹਿੰਦਾ ਸੀਗਾ ਵੀ ਕਿਹੜੀਆਂ ਕਰੈਕਟ ਨੇ, ਕੰਬਰਸਮ ਹੈ ਕਿਉਂਕਿ ਡਿਫਿਕਲਟ ਹੈ ਤੇ ਇਨਕਨਵੀਨੀਅੰਟ ਹੈ ਕਿਉਂਕਿ ਕਮਾਂਡਸ ਨੂੰ ਆਪਾਂ ਨੂੰ ਟਾਈਪ ਕਰਨ ਤੇ ਯਾਦ ਰੱਖਣ ਤੇ ਜ਼ਿਆਦਾ ਟਾਈਮ ਲੱਗਦਾ। ਇਹ ਵੀ ਗੱਲ ਠੀਕ ਆ। ਦੂਸਰਾ ਟਾਈਮ ਕੰਜ਼ਿਊਮਿੰਗ ਹੈ ਕਿਉਂਕਿ ਟਾਈਮ ਆਓ, ਇਹ ਵੀ ਸੇਮ ਗੱਲ ਹੋ ਗਈ, ਟਾਈਮ ਤਾਂ ਲੱਗਦਾ ਕਿਉਂਕਿ ਕਮਾਂਡ ਨੂੰ ਟਾਈਪ ਕਰਨਾ, ਸਕ੍ਰਿਪਟ ਬਣਾਉਣ ਤੇ ਟਾਈਮ ਲੱਗਦਾ। ਲਿਮਟਡ ਇਨ ਸਕੋਪ ਆਫ ਆਪਰੇਸ਼ਨ ਦੇ ਵਿੱਚ ਵੀ ਸਕੋਪ ਆਫ ਆਪਰੇਸ਼ਨ ਦੇ ਵਿੱਚ ਵੀ ਲਿਮਟਡ ਹੈ ਕਿਉਂਕਿ GUI ਦੇ ਵਿੱਚ ਜ਼ਿਆਦਾ ਫੰਕਸ਼ਨੈਲਿਟੀ ਮਿਲਦੀ ਆ। ਤਾਂ ਆਨਸਰ ਫਿਰ ਇਹਦਾ ਹੈਗਾ D। ਤਾਂ ਸਾਰੇ ਹੀ ਠੀਕ ਨੇ। ਤਾਂ ਹੁਣ ਆਪਾਂ ਕੁਝ ਡਿਫਰੈਂਸ ਵੀ ਦੇਖ ਲੈਂਦੇ ਆ ਟੈਕਸਟ ਮੋਡ ਇੰਟਰੈਕਸ਼ਨ ਤੇ GUI ਦੇ ਵਿੱਚ ਕੀ ਡਿਫਰੈਂਸ ਆ। ਕਹਿੰਦਾ ਪਹਿਲਾ ਡਿਫਰੈਂਸ ਹੈਗਾ ਹਾਊ ਯੂਜ਼ਰ ਇੰਟਰੈਕਟ ਵਿਦ ਕੰਪਿਊਟਰ। ਯੂਜ਼ਰ ਕਿਵੇਂ ਇੰਟਰੈਕਟ ਕਰਦੇ ਨੇ ਟੈਕਸਟ ਮੋਡ ਦੇ ਵਿੱਚ? ਯੂਜ਼ਰ ਟਾਈਪ ਇਨ ਕਮਾਂਡ ਐਂਡ ਨੈਵੀਗੇਟ ਥਰੂ ਮੈਨਿਊ। ਕਹਿੰਦਾ ਟਾਈਪ ਕਰਦੇ ਨੇ ਤੇ ਵੱਖੋ ਵੱਖਰੀਆਂ ਮੈਨਿਊਜ਼ ਦੇ ਵਿੱਚ ਨੈਵੀਗੇਟ ਕਰਦੇ ਨੇ। GUI ਦੇ ਵਿੱਚ ਯੂਜ਼ਰ ਕਲਿੱਕ ਔਨ ਗ੍ਰਾਫਿਕਲ ਐਲੀਮੈਂਟ ਸੱਚ ਐਜ਼ ਬਟਨ, ਆਈਕਨ ਔਰ ਮੈਨਿਊਜ਼। ਇਹਦੇ ਨਾਲ ਸਿੱਧਾ ਬਟਨ ਤੇ ਕਲਿੱਕ ਕਰਕੇ ਆਪਾਂ ਜਾ ਸਕਦੇ ਹਾਂ। ਈਜ਼ ਆਫ ਯੂਜ਼, ਟੈਕਸਟ ਮੋਡ ਇੰਟਰੈਕਸ਼ਨ ਕੈਨ ਡਿਫਿਕਲਟ ਪੜ੍ਹਿਆ ਹੈ ਆਪਾਂ, ਤੇ GUI ਈਜ਼ੀ ਹੁੰਦਾ ਹੈ ਨਾ। ਸਕੋਪ ਆਫ ਆਪਰੇਸ਼ਨ, ਟੈਕਸਟ ਮੋਡ ਇੰਟਰਫੇਸ ਆਰ ਲਿਮਟਡ ਇਨ ਸਕੋਪ, ਇਹ ਵੀ ਪੜ੍ਹਿਆ, ਇਹਦੇ ਵਿੱਚ ਜ਼ਿਆਦਾ ਸਕੋਪ ਹੁੰਦਾ ਹੈ ਨਾ। ਕਸਟਮਾਈਜੇਸ਼ਨ ਹੁੰਦਾ ਬਦਲਾਵ ਕਰਨਾ, ਚੇਂਜਸ ਹੋਣੀਆਂ। ਤਾਂ GUI ਦੇ ਵਿੱਚ ਬਾਹਲੀ ਜ਼ਿਆਦਾ ਕਸਟਮਾਈਜੇਸ਼ਨ ਨਹੀਂ ਹੁੰਦੀ ਤੁਹਾਨੂੰ, ਤਾਂ ਜੋ ਤੁਹਾਨੂੰ ਸੌਫਟਵੇਅਰ ਮਿਲ ਗਿਆ ਸਾਨੂੰ ਉਸੇ ਨੇ ਕੰਮ ਚਲਾਉਣਾ ਪੈਂਦਾ। ਬਟ ਕਮਾਂਡ ਲਾਈਨ ਦੇ ਵਿੱਚ ਤੁਹਾਡੇ ਆਪਣੇ ਹੱਥ 'ਚ ਹੁੰਦਾ, ਤੁਸੀਂ ਜਿਵੇਂ ਮਰਜ਼ੀ ਕਸਟਮਾਈਜੇਸ਼ਨ ਕਰ ਸਕਦੇ ਹੋ। ਹੁਣ ਤੁਸੀਂ ਫੋਨ ਚਲਾਉਂਦੇ ਹੋ, ਉਹਦੇ ਵਿੱਚ ਬਹੁਤ ਸਾਰੇ ਫੀਚਰ ਪ੍ਰੀ ਡਿਫਾਈਨਡ ਹੀ ਆਉਂਦੇ ਨੇ। ਜੇ ਤੁਹਾਨੂੰ ਲੱਗਦਾ ਵੀ ਆਹ ਚੀਜ਼ ਐਂ ਆਉਣੀ ਚਾਹੀਦੀ ਹੈ ਤਾਂ ਉਹ ਕੰਮ ਔਖਾ ਹੈ, ਤੁਹਾਡੇ ਕੋਲ GUI ਤੁਸੀਂ ਨਹੀਂ ਕਰ ਸਕਦੇ। ਬੈਕ ਐਂਡ ਤੇ ਜਿਹੜਾ ਬੰਦਾ ਉਹਨੂੰ ਕਮਾਂਡ ਲਾਈਨ ਇੰਟਰਫੇਸ ਦਾ ਕੰਟਰੋਲ ਹੈਗਾ ਉਹ ਚੇਂਜ ਕਰ ਸਕਦਾ। ਤਾਂ ਇਹਦੇ ਵਿੱਚ ਫੰਕਸ਼ਨੈਲਿਟੀ ਜ਼ਿਆਦਾ ਹੁੰਦੀ ਹੈ ਟੈਕਸਟ ਮੋਡ ਦੇ ਵਿੱਚ ਕਸਟਮਾਈਜੇਸ਼ਨ ਦੀ, GUI ਦੇ ਵਿੱਚ ਕਸਟਮਾਈਜੇਸ਼ਨ ਘੱਟ ਹੁੰਦੀ ਹੈ।
ਮੋਡੀਫਿਕੇਸ਼ਨ ਕਹਿ ਸਕਦੇ ਕਸਟਮਾਈਜੇਸ਼ਨ ਨੂੰ। ਤੁਸੀਂ ਕੋਈ ਗੱਡੀ ਖਰੀਦਦੇ ਹੋ, ਕਾਰ ਖਰੀਦਦੇ ਹੋ, ਟਰੈਕਟਰ ਖਰੀਦਦੇ ਹੋ, ਆਪਾਂ ਕਹਿੰਦੇ ਹੋ ਕਸਟਮਾਈਜ਼ ਕਰਾ ਲਿਆ, ਕਸਟਮਾਈਜ਼ ਆਪਦੇ ਹਿਸਾਬ ਨਾਲ। ਜਿਹੜੀ ਚੀਜ਼ ਕਸਟਮਾਈਜ਼ ਹੋਵੇ ਹੀ ਨਾ ਉਹ ਉਹਨੂੰ ਕਹਿੰਦੇ ਕਸਟਮਾਈਜੇਸ਼ਨ ਹੈ ਨਹੀਂ ਇੱਥੇ, ਹੈ ਨਾ। ਪਰਫਾਰਮੈਂਸ, ਟੈਕਸਟ ਮੋਡ ਇੰਟਰਫੇਸ ਆਰ ਜਨਰਲੀ ਮੋਰ ਐਫੀਸ਼ੀਐਂਟ ਦੈਨ GUI। ਤਾਂ ਇਹ ਬੜਾ ਇੰਪੋਰਟੈਂਟ ਪੁਆਇੰਟ ਹੈ, ਯਾਦ ਰੱਖਣਾ। ਪਰਫਾਰਮੈਂਸ ਟੈਕਸਟ ਮੋਡ ਇੰਟਰੈਕਸ਼ਨ ਦੀ ਜ਼ਿਆਦਾ ਹੈ, GUI ਦੀ ਘੱਟ ਹੈ। ਕਿਉਂ? ਦਿਸ ਇਜ਼ ਬਿਕੋਜ਼ ਦੇ ਡੂ ਨਾਟ ਹੈਵ ਟੂ ਰੈਂਡਰ ਗ੍ਰਾਫਿਕ ਔਰ ਅਦਰ ਮਲਟੀਮੀਡੀਆ ਕੰਟੈਂਟ। ਤਾਂ ਹੁਣ ਗ੍ਰਾਫਿਕ ਦੇ ਵਿੱਚ ਕੀ ਹੁੰਦਾ, GUI ਦੇ ਵਿੱਚ ਜਿਹੜੀ ਇਨਪੁਟ ਜਾਂਦੀ ਹੈ ਇਮੇਜ ਦੀ ਫਾਰਮ 'ਚ, ਗ੍ਰਾਫਿਕ ਦੀ ਫਾਰਮ ਦੇ ਵਿੱਚ, ਪਹਿਲਾਂ ਉਹਨੂੰ ਰੈਂਡਰ ਕਰਨਾ ਪੈਂਦਾ, ਫਿਰ ਉਹ ਜਾ ਕੇ ਕਮਾਂਡ 'ਚ ਕਨਵਰਟ ਹੁੰਦੀ ਹੈ। ਇਹਦੇ ਵਿੱਚ ਦਿੱਤੀ ਸਿੱਧੀ ਕਮਾਂਡ ਜਾਂਦੀ ਹੈ ਤਾਂ ਐਫੀਸ਼ੀਐਂਸੀ ਜ਼ਿਆਦਾ ਹੁੰਦੀ ਹੈ ਪਰਫਾਰਮੈਂਸ ਬੇਸਿਸ ਤੇ। ਤਾਂ ਇਹਨੂੰ ਆਪਾਂ ਸਮਝ ਲੈਂਦੇ ਰੈਂਡਰਿੰਗ ਕੀ ਹੁੰਦਾ। render graphic simply means to display or show graphics or images on screen or other output mediums। ਕਹਿੰਦਾ ਸਿੰਪਲੀ ਡਿਸਪਲੇ ਕਰਾਉਣੀਆਂ ਫੋਟੋਆਂ, ਗ੍ਰਾਫਿਕ ਇਮੇजेस ਨੂੰ render graphics ਬੋਲਦੇ ਨੇ। it involves converting digital data or instruction into visual images that can be viewed or by the user। ਕਹਿੰਦਾ ਇਹ ਕਨਵਰਟ ਕਰਨਾ ਪੈਂਦਾ ਡਿਜੀਟਲ ਡੇਟਾ ਔਰ ਇੰਸਟਰਕਸ਼ਨ ਨੂੰ ਵਿਜ਼ੂਅਲ ਇਮੇजेस ਦੇ ਵਿੱਚ। ਤਾਂ ਰੈਂਡਰਿੰਗ ਤੇ ਟਾਈਮ ਲੱਗਦਾ GUI ਦੇ ਵਿੱਚ, ਜਿਹੜੀ ਕਿ ਟੈਕਸਟ ਮੋਡ ਇੰਟਰੈਕਸ਼ਨ ਦੇ ਵਿੱਚ ਕੋਈ ਵੀ ਰੈਂਡਰਿੰਗ ਇਸ ਤਰ੍ਹਾਂ ਦੀ ਨਹੀਂ ਹੁੰਦੀ। ਤਾਂ ਸਪੀਡ ਦੀ ਵੀ ਜੇ ਆਪਾਂ ਗੱਲ ਕਰਾਂਗੇ ਤਾਂ ਐਫੀਸ਼ੀਐਂਸੀ ਵੀ ਜ਼ਿਆਦਾ, ਸਪੀਡ ਵੀ CLI ਦੀ ਜ਼ਿਆਦਾ। ਬੇਸ਼ੱਕ ਅਸੀਂ ਪਿੱਛੇ ਕਹਿ ਕੇ ਆਏ ਆ ਵੀ ਟਾਈਮ ਕੰਜੰਪਸ਼ਨ ਜਿਹੜੀ CLI ਦੇ ਵਿੱਚ ਟੈਕਸਟ ਮੋਡ ਦੇ ਵਿੱਚ ਜ਼ਿਆਦਾ। ਠੀਕ ਹੈ, ਗੱਲਾਂ ਯਾਦ ਰੱਖਣੀਆਂ ਨੇ, ਬਹੁਤ ਥੋੜਾ ਜਿਹਾ ਫਰਕ ਆ। ਅਗਲਾ ਵੀ ਬੜਾ ਵਧੀਆ ਕੁਐਸਚਨ ਹੈ, ਬੇਸਿਕ ਲੈਵਲ ਦਾ ਹੀ ਹੈ। ਕਹਿੰਦਾ ਯੂ ਹੈਵ ਐਕਸੀਡੈਂਟਲੀ ਡਿਲੀਟਡ ਏ ਸਲਾਈਡ। ਕਹਿੰਦਾ ਤੁਸੀਂ ਉਹੀ ਤੁਹਾਡੇ ਤੋਂ ਸਲਾਈਡ ਕੋਈ ਡਿਲੀਟ ਹੋ ਗਈ। ਕਹਿੰਦਾ ਵਿਦ ਵਿਚ ਸ਼ਾਰਟਕਟ ਕੀ ਆਫ MS PowerPoint 2019 ਯੂ ਕੈਨ ਗੈਟ ਇਟ ਬੈਕ। ਕਹਿੰਦਾ ਕਿਹੜੀ ਸ਼ਾਰਟਕਟ ਕੀ ਦੇ ਨਾਲ ਤੁਸੀਂ ਇਹਨੂੰ ਬੈਕ ਕਰ ਲਓਗੇ। ਤਾਂ ਇਹ ਉਹ ਸਾਰਿਆਂ ਲਈ ਸੇਮ ਚੱਲਦਾ। ਕਾਪੀ ਦੇ ਲਈ ਆਪਾਂ ਨੂੰ Ctrl+C ਹੁੰਦਾ, Ctrl+P ਹੁੰਦਾ, ਕੰਟਰੋਲ ਪ੍ਰਿੰਟ ਦੇ ਲਈ Ctrl+S ਹੁੰਦਾ, ਕੰਟਰੋਲ ਸੇਵ ਕਰਨ ਦੇ ਲਈ, ਹਨਾ। ਤੇ ਅਨਡੂ ਕਰਨਾ ਹੁੰਦਾ Ctrl+Z, ਰੀਡੂ ਕਰਨਾ ਹੁੰਦਾ Ctrl+Y। ਤਾਂ ਇਹ ਆਨਸਰ ਇਹਦਾ ਇਹ ਹੈ, Ctrl+Z ਅਨਡੂ ਕਰਨਾ, ਹਨਾ। ਤਾਂ ਇਹਦਾ ਆਪਾਂ ਦੇਖ ਵੀ ਸਕਦੇ ਹਾਂ, ਜਿਵੇਂ ਚਲੋ ਮੈਂ ਤੁਹਾਨੂੰ ਪਹਿਲਾਂ ਕਰਕੇ ਦਿਖਾ ਦੇਣਾ ਇਹ ਸ਼ਾਰਟਕਟ। ਆਪਾਂ ਚਲੋ ਪਹਿਲਾਂ ਸ਼ਾਰਟਕਟ ਪੜ੍ਹ ਲੈਂਦੇ ਹਾਂ। Ctrl+N ਦੇ ਨਾਲ ਕੀ ਹੁੰਦਾ, ਕ੍ਰੀਏਟ ਏ ਨਿਊ ਪ੍ਰੈਜੈਂਟੇਸ਼ਨ ਕਰ ਸਕਦੇ ਹਾਂ ਆਪਾਂ। Ctrl+O ਦੇ ਨਾਲ ਓਪਨ ਕਰ ਸਕਦੇ ਹਾਂ, S ਦੇ ਨਾਲ ਸੇਵ, P ਦੇ ਨਾਲ ਪ੍ਰਿੰਟ, Z ਦੇ ਨਾਲ ਅਨਡੂ ਦੀ ਲਾਸਟ ਐਕਸ਼ਨ, Y ਦੇ ਨਾਲ ਰੀਡੂ, F ਦੇ ਨਾਲ ਫਾਈਂਡ, H ਦੇ ਨਾਲ ਰਿਪਲੇਸ। ਇਹ ਬਹੁਤ ਜ਼ਿਆਦਾ ਇੰਪੋਰਟੈਂਟ ਨੇ, F ਤੇ H ਬਹੁਤ ਵਾਰੀ ਕਰਾਏ ਹੋਏ ਨੇ। A ਦੇ ਨਾਲ ਸਿਲੈਕਟ ਆਲ, ਹਨਾ। ਤਾਂ ਆਪਾਂ ਕਰਕੇ ਵੀ ਦੇਖ ਲੈਂਦੇ ਹਾਂ। ਸਪੋਜ਼ ਕਰੋ ਐਕਸੀਡੈਂਟਲੀ ਆਹੀ ਸਲਾਈਡ ਆਪਣੇ ਤੋਂ ਡਿਲੀਟ ਦੱਬਿਆ ਗਿਆ, ਇੱਥੇ ਆਪਾਂ ਇਹਦੇ ਨਾਲ ਹੀ ਕਰਕੇ ਦੇਖਦੇ ਹਾਂ। ਡਿਲੀਟ ਕਿੱਧਰ ਗਿਆ, ਡਿਲੀਟ ਕੀ ਦੱਬਦੀ ਆਪਾਂ, ਆ ਦੇਖੋ ਪਹਿਲਾਂ ਸਿਲੈਕਟ ਕਰ ਲਈਏ, ਆਹ ਸਿਲੈਕਟ ਕੀਤਾ, ਡਿਲੀਟ ਹੋ ਗਿਆ ਨਾ। ਹੁਣ ਆਪਾਂ ਕੀ ਕਰਾਂਗੇ, Ctrl+Z, ਦੇਖੋ ਅਨਡੂ ਹੋ ਗਿਆ। ਜੇ ਆਪਾਂ ਕਰਨਾ ਚਾਹੁੰਦੇ ਹਾਂ ਰੀਡੂ ਦਾ ਮਤਲਬ ਰੀ ਦਾ ਮਤਲਬ ਦੁਬਾਰੇ, ਡੂ ਦਾ ਮਤਲਬ ਕਰਨਾ। ਤਾਂ ਆਪਾਂ Ctrl+Y ਦੱਬ ਦਾਂਗੇ ਤਾਂ ਰੀਡੂ ਹੋ ਗਿਆ, ਦੁਬਾਰਾ ਡਿਲੀਟ ਹੋ ਗਿਆ। Ctrl+Z ਦੇ ਨਾਲ ਅਨਡੂ ਦਾ। ਕਲੀਅਰ ਹੋਈ ਗੱਲ। ਇਹ ਜਿਹੜੇ ਸ਼ਾਰਟਕਟ ਨੇ ਇਹ ਪ੍ਰੈਕਟਿਸ ਦੇ ਨਾਲ ਹੀ ਆਉਣਗੇ, ਆਪਾਂ ਬਹੁਤ ਕਰਾਏ ਹੋਏ ਨੇ। ਤੁਸੀਂ ਉਹਨਾਂ ਵੀਡੀਓ ਦੇ ਵਿੱਚ ਜਾ ਕੇ ਦੇਖੋ, ਨਾਲ ਲੈਪਟਾਪ ਖੋਲੋ, ਫਿਰ ਇਹ ਆਪਾਂ ਨੂੰ ਆਉਣਗੇ। ਠੀਕ ਹੈ। ਅਗਲਾ ਸਵਾਲ ਹੈ, ਜਿਵੇਂ ਇਹ ਵੀ ਬੜਾ ਵਧੀਆ ਸਵਾਲ ਹੈ, ਬੇਸਿਕ ਲੈਵਲ ਦਾ ਨਹੀਂ ਕਹਿ ਸਕਦੇ, ਮੀਡੀਅਮ ਲੈਵਲ ਦਾ, ਹਨਾ। ਕਹਿੰਦਾ ਡੈਸ਼ ਸਕ੍ਰਿਪਟਿੰਗ ਇਜ਼ ਯੂਜ਼ਡ ਟੂ ਕ੍ਰੀਏਟ ਡਾਇਨਾਮਿਕ ਵੈਬ ਪੇਜਿਸ। ਕਹਿੰਦਾ ਕਿਹੜੀ ਸਕ੍ਰਿਪਟਿੰਗ ਡਾਇਨਾਮਿਕ ਵੈਬ ਪੇਜਿਸ ਨੂੰ ਕ੍ਰੀਏਟ ਕਰਨ ਦੇ ਲਈ ਯੂਜ਼ ਕੀਤੀ ਜਾਂਦੀ ਹੈ। ਕੀ ਵੈਬ ਸਕ੍ਰਿਪਟਿੰਗ ਹੈ, DOS ਸਕ੍ਰਿਪਟਿੰਗ ਹੈ, ਕੋਬੋਲ ਸਕ੍ਰਿਪਟਿੰਗ ਹੈ ਕਿ VB ਸਕ੍ਰਿਪਟਿੰਗ ਹੈ। ਠੀਕ ਹੈ। ਸੋ ਆਨਸਰ ਦੇ ਲਈ ਪਹਿਲਾਂ ਆਪਾਂ ਦੇਖਦੇ ਹਾਂ। ਵੈਬ ਸਕ੍ਰਿਪਟਿੰਗ ਇਜ਼ ਯੂਜ਼ਡ ਟੂ ਕ੍ਰੀਏਟ ਡਾਇਨਾਮਿਕ ਪੇਜ। ਪਹਿਲਾਂ ਮੈਂ ਡਾਇਨਾਮਿਕ ਪੇਜ ਬਾਰੇ ਵੀ ਦੱਸੂਗਾ ਕੀ ਹੁੰਦੇ ਨੇ। It allows the web developer to add interactivity and dynamic behavior to web page by embedding script in HTML code. These scripts are typically written in language like JavaScript, PHP, or Python. These scripts are executed on the client side ਤੇ user ਜਿੱਧਰੋਂ user use ਕਰ ਰਿਹਾ, ਔਰ server side, ਦੋਨੋਂ ਸਾਈਡ ਤੇ ਕਰ ਸਕਦਾ depending upon the requirement। ਇਹ ਸਕ੍ਰਿਪਟ ਕਿਸੇ ਵੀ ਚੱਲ ਸਕਦੀ ਹੈ। ਤਾਂ ਹੁਣ ਜੇ ਆਪਾਂ ਦੂਜਿਆਂ ਦੀ ਗੱਲ ਕਰੀਏ, DOS, COBOL and VB are not typically used for web scripting। DOS ਹੁੰਦਾ disk operating system is a old operating system primarily used for command line interface। ਆਪਾਂ ਹੁਣੀ ਪਰ ਕਿਹਾ ਨਾ ਟੈਕਸਟ ਮੋਡ ਇੰਟਰੈਕਸ਼ਨ, ਤਾਂ DOS ਦੇ ਵਿੱਚ ਕਮਾਂਡ ਲਾਈਨ ਆਪਰੇਸ਼ਨ ਯੂਜ਼ ਹੁੰਦੇ ਨੇ। COBOL ਹੈ ਕਾਮਨ ਬਿਜ਼ਨਸ ਓਰੀਐਂਟਡ ਲੈਂਗੁਏਜ, ਪ੍ਰੋਗਰਾਮਿੰਗ ਲੈਂਗੁਏਜ ਹੈ, ਮੇਨਲੀ ਯੂਜ਼ਡ ਫॉर ਬਿਜ਼ਨਸ ਐਪਲੀਕੇਸ਼ਨ
and B, Visual Basic is a programming language developed by Microsoft, primarily used for desktop application development। ठीक है, ਸੋ ਆਨਸਰ ਇਹਦਾ ਹੈਗਾ ਵੈਬ ਸਕ੍ਰਿਪਟਿੰਗ। ਹਜੇ ਤੁਹਾਨੂੰ ਥੋੜਾ ਜਿਹਾ ਸਮਝ ਆਇਆ ਹੋਣਾ, ਗੱਲ ਕਲੀਅਰ ਨਹੀਂ ਹੋਈ ਨਹੀਂ, ਚਲੋ ਆਪਾਂ ਸਮਝਦੇ ਹਾਂ। ਤਿੰਨ ਚੀਜ਼ਾਂ ਹੁੰਦੀਆਂ ਨੇ, ਇੱਕ ਹੁੰਦਾ HTML ਹਾਈਪਰਟੈਕਸਟ ਮਾਰਕਅਪ ਲੈਂਗੁਏਜ, ਤੇ CSS ਹੁੰਦਾ ਕਾਸਕੇਡਿੰਗ ਸਟਾਈਲ ਸ਼ੀਟ, JS ਹੁੰਦਾ ਜਾਵਾਸਕ੍ਰਿਪਟ। ਠੀਕ ਹੈ, ਤੇ ਜੇ ਹੁਣ ਆਪਾਂ ਗੱਲ ਕਰੀਏ ਕੋਈ ਵੀ ਪੇਜ ਬਣਾਉਣਾ ਹੈ ਆਪਾਂ ਤਾਂ HTML ਦੇ ਨਾਲ ਪੇਜ ਬਣਦਾ, ਤਾਂ ਇਹਨੂੰ ਆਪਾਂ ਮਾਰਕਅਪ ਲੈਂਗੁਏਜ ਦਾ ਕੰਟੈਂਟ ਜਿਹੜਾ ਸਾਰਾ HTML ਦੁਆਰਾ ਹੀ ਤਿਆਰ ਹੁੰਦਾ। ਤੇ ਕੰਟੈਂਟ ਦੀ ਪ੍ਰੈਜੈਂਟੇਸ਼ਨ ਹੈ, ਉਹਦਾ ਕਲਰ ਕਿਵੇਂ ਦਾ ਹੋਊਗਾ, ਜਿਹੜਾ ਆਪਾਂ ਪੇਜ ਬਣਾਇਆ ਵੈਬਸਾਈਟ ਦਾ। ਤਾਂ ਇਹ ਵੀ ਗੱਲ ਯਾਦ ਰੱਖਣਾ, ਵੈਬ ਡਿਜ਼ਾਈਨਿੰਗ ਦੇ ਲਈ ਕਿਹੜੀ ਲੈਂਗੁਏਜ ਯੂਜ਼ ਕੀਤੀ ਜਾਂਦੀ ਹੈ, HTML ਲੈਂਗੁਏਜ ਦੇ ਨਾਲ ਆਪਾਂ ਵੈਬ ਪੇਜ ਡਿਜ਼ਾਈਨ ਕਰਦੇ ਹਾਂ। ਸਵਾਲ ਇਹ ਪੁੱਛਿਆ ਜਾਂਦਾ ਹੁੰਦਾ ਬਹੁਤ ਵਾਰੀ। ਤਾਂ ਵੈਬ ਪੇਜ ਬਣ ਗਿਆ ਕਾਹਦੇ ਨਾਲ, HTML ਦੇ ਨਾਲ। ਬੇਸਿਕ ਵੈਬ ਪੇਜ ਬਣਿਆ, ਹੁਣ ਉਹਦੇ ਤੇ ਰੰਗ ਕਲਰ ਚੇਂਜ ਕਰਨਾ ਹੈ, ਫੌਂਟ ਚੇਂਜ ਕਰਨਾ ਹੈ, ਬੈਕਗਰਾਉਂਡ ਚੇਂਜ ਕਰਨਾ ਹੈ, ਤਾਂ ਉੱਥੇ ਸੁਰਖੀ ਬਿੰਦੀ ਕੌਣ ਲਾਊਗਾ, CSS ਲਾਊਗਾ, ਸਟਾਈਲ ਸ਼ੀਟ ਲੈਂਗੁਏਜ। ਪ੍ਰੈਜੈਂਟੇਸ਼ਨ ਇਹਨੇ ਪੇਸ਼ ਕਰਨੀ ਹੈ। ਠੀਕ ਹੈ, ਜਿਵੇਂ ਹੁਣ ਤੁਸੀਂ ਤਿਆਰ ਹੋ ਗਏ, ਸੁਰਖੀ ਬਿੰਦੀ ਲਾਉਣੀ ਹੈ, ਵਿਆਹ ਮੈਰਿਜ ਹੈ ਤੁਹਾਡੀ, ਜਾਂ ਵੈਸੇ ਕਿਸੇ ਨਾਲ ਡੇਟ ਡੂਟ ਤੇ ਜਾ ਰਹੇ ਹੋ, ਤਾਂ ਸੁਰਖੀ ਬਿੰਦੀ CSS ਨੇ ਲਾਉਣੀ ਹੈ। ਜਾਵਾਸਕ੍ਰਿਪਟ ਬਿਹੇਵੀਅਰ ਡਿਸਾਈਡ ਕਰਦਾ, ਡਾਇਨਾਮਿਕ ਚੀਜ਼ਾਂ। ਡਾਇਨਾਮਿਕ ਮੈਂ ਦਿਖਾਉਣਾ ਕਿਵੇਂ ਹੁੰਦੀਆਂ ਨੇ, ਇੱਥੋਂ ਸਮਝੋ। HTML ਨੇ ਇੱਕ ਬੰਦਾ ਬਣਾਤਾ, ਕਹਿ ਲਓ ਵੀ ਸਕੈਲਟਨ ਬਣਾਤਾ, CSS ਨੇ ਰੰਗ ਕੱਪੜੇ ਕੁਪੜੇ ਪਾ ਕੇ ਤਿਆਰ ਕਰਤਾ ਬੰਦਾ। ਤੇ ਜਾਵਾਸਕ੍ਰਿਪਟ ਇੱਕ ਕਾਰ ਦੀ ਤਰ੍ਹਾਂ, ਗੱਡੀ ਦੀ ਤਰ੍ਹਾਂ, ਜਿਹੜਾ ਤੁਹਾਨੂੰ ਡਾਇਨਾਮਿਕਲੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਲੈ ਕੇ ਜਾਊਗਾ। ਆਹ ਦੇਖੋ, ਆਹ ਡਾਇਨਾਮਿਕ ਬਿਹੇਵੀਅਰ ਹੈ। ਜਿਹੜਾ ਆਹ ਮਾਊਸ ਬਣਿਆ, ਆਹ ਬਣਿਆ, ਇਹ ਸਾਰਾ ਕਿਹਦੇ ਨਾਲ ਬਣਿਆ, HTML ਦੇ ਨਾਲ। ਇੱਥੇ ਰੰਗ ਭਰੇ ਗਏ ਵੱਖੋ ਵੱਖਰੇ, ਕਿਹਦੇ ਨਾਲ ਹੋਏ, CSS ਦੇ ਨਾਲ। ਤੇ ਜਿਹੜਾ ਐਂ ਜੇ ਮਾਰ ਰਿਹਾ, ਇਹ ਕਿਹਦੇ ਨਾਲ ਹੋ ਰਿਹਾ, ਡਾਇਨਾਮਿਕ ਬਿਹੇਵੀਅਰ, ਇਹ ਜਾਵਾਸਕ੍ਰਿਪਟ ਦੇ ਨਾਲ ਹੋ ਰਿਹਾ। ਤਾਂ ਤਿੰਨੋਂ ਚੀਜ਼ਾਂ ਨੂੰ ਯਾਦ ਰੱਖਣਾ ਬਹੁਤ ਇੰਪੋਰਟੈਂਟ ਹੈ। JavaScript is a scripting or programming language that allows you to implement complex feature on web page like displaying timely content updates। ਕੁਝ ਸਮੇਂ ਬਾਅਦ ਅਪਡੇਸ਼ਨ ਰੀਫਰੈਸ਼, ਜਿਵੇਂ ਤੁਸੀਂ ਕ੍ਰਿਕਟ ਦਾ ਸਕੋਰ ਦੇਖਣਾ, ਵੈਬਸਾਈਟ ਆਪਣੇ ਆਪ ਅਪਡੇਟ ਹੁੰਦੀ ਰਹਿੰਦੀ ਹੈ, ਉੱਥੇ ਕੀ ਕੰਮ ਕਰਦਾ ਜਾਵਾਸਕ੍ਰਿਪਟ। ਇੰਟਰੈਕਟਿਵ ਮੈਪਸ ਦੇ ਨਾਲ, ਜਿੱਥੇ ਤੁਸੀਂ ਇੰਟਰੈਕਟ ਕਰ ਸਕਦੇ ਹੋ, ਐਨੀਮੇਟਡ 2D 3D ਗ੍ਰਾਫਿਕਸ, ਸਕਰੋਲਿੰਗ ਵੀਡੀਓ, ਜਿਓਕਬਾਕਸ, ਇਹ ਸਾਰਿਆਂ ਤੇ ਜਾਵਾਸਕ੍ਰਿਪਟ ਯੂਜ਼ ਹੁੰਦੀ ਹੈ, ਹਨਾ। HTML ਜੋ ਮੈਂ ਦੱਸਿਆ ਉਹੀ ਲਿਖਿਆ, ਮਾਰਕਅਪ ਲੈਂਗੁਏਜ that use a structure and give meaning to our web content for simply defining ਪੈਰਾਗ੍ਰਾਫ ਕਿਹੋ ਜਿਹਾ ਹੋਵੇ, ਹੈਡਿੰਗ ਕਿਹੋ ਜਿਹਾ ਹੋਵੇ, ਡਾਟਾ ਟੇਬਲਸ, ਐਮਬੈਡਿੰਗ ਇਮੇਜ, ਵੀਡੀਓ ਕਿੱਥੇ ਆਵੇ, ਸਾਰਾ ਕੰਮ ਕਿਹਦਾ ਹੈ, HTML ਦਾ। CSS ਨੇ ਕੀ ਦੇਣਾ, ਬੈਕਗਰਾਉਂਡ ਸੈੱਟ ਕਰਨਾ, ਕਲਰ, ਫੌਂਟ ਵਗੈਰਾ, ਸਾਰਾ ਕੰਮ ਸਟਾਈਲਿੰਗ ਦੇਣੀ CSS ਦਾ। ਜਾਵਾਸਕ੍ਰਿਪਟ ਨੇ ਕੀ ਕਰਨਾ, ਮਾਡਲਿੰਗ ਹੋ ਗਿਆ, ਅਪਡੇਟਿੰਗ ਹੋ ਗਿਆ, ਕੰਟਰੋਲ ਮਲਟੀਮੀਡੀਆ ਐਨੀਮੇਸ਼ਨ ਹੋ ਗਿਆ, ਹਨਾ। ਸਾਰਾ ਕੰਮ ਇਹ ਕੀਤਾ ਜਾਵਾਸਕ੍ਰਿਪਟ ਦਾ। ਸੋ ਆਈ ਹੋਪ ਕਿ ਤੁਹਾਨੂੰ ਚੀਜ਼ਾਂ ਸਮਝ ਆਈਆਂ ਹੋਣਗੀਆਂ। ਇਹ ਸਵਾਲ ਸੀ ਜਿਹੜੇ 25 ਸਤੰਬਰ 2021 ਨੂੰ ਕਾਂਸਟੇਬਲ ਦਾ ਪੇਪਰ ਸੀ, ਉਹਦੇ 'ਚ ਪੁੱਛੇ ਗਏ ਸੀ। ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਜਿਹੜੇ ਬਾਕੀ ਦੇ ਰਹਿੰਦੇ ਕੁਐਸਚਨ ਨੇ, ਉਹਨਾਂ ਬਾਰੇ ਵੀ ਆਪਾਂ ਚਰਚਾ ਕਰਾਂਗੇ। ਤੇ ਜੇਕਰ ਤੁਸੀਂ ਕੋਈ ਵੀ ਤੁਹਾਨੂੰ ਡਾਊਟ ਹੈ ਤਾਂ ਸਾਡਾ ਨੰਬਰ ਹੈ 94 635 90 346। ਇਸ ਨੰਬਰ ਤੇ ਜਾ ਕੇ ਤੁਸੀਂ ਸਾਨੂੰ WhatsApp ਮੈਸੇਜ ਕਰ ਸਕਦੇ ਹੋ, ਕਾਲ ਨਾ ਕਰਿਓ, ਕਿਉਂਕਿ ਅਸੀਂ ਬਿਜ਼ੀ ਹੁੰਦੇ ਹਾਂ, ਇੰਨਾ ਟਾਈਮ ਨਹੀਂ ਹੁੰਦਾ। ਮੈਸੇਜ ਕਰਕੇ ਸਮਾਂ ਲੈ ਲਓ। ਅਗਰ ਫੋਨ ਤੇ ਗੱਲ ਕਰਨੀ ਹੈ, ਆਪਾਂ ਫੋਨ ਤੇ ਵੀ ਤੁਹਾਨੂੰ ਟਾਈਮ ਦੇ ਦਾਂਗੇ, ਗੱਲ ਕਰ ਸਕਦੇ ਹਾਂ, ਹਨਾ। ਤੇ ਬਾਕੀ ਤਿਆਰੀ ਕਰੋ, ਕੋਈ ਨਹੀਂ, ਚਾਹੇ ਤੁਸੀਂ ਕੋਈ ਵੀ ਐਗਜ਼ਾਮ ਦੇਣ ਜਾ ਰਹੇ ਹੋ, ਜ਼ੋਰ ਲਾਓ, ਮਿਹਨਤ ਲਾਓ, ਸਮਾਂ ਚੀਜ਼ਾਂ ਤੇ ਲੱਗ ਜਾਂਦਾ ਹੁੰਦਾ, ਪਰ ਪੇਪਰ ਕਲੀਅਰ ਹੋਊਗਾ। ਸੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ। ਥੈਂਕ ਯੂ।